ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਤੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਅਕਾਊਂਟਸ ਐਂਡ ਬੁੱਕ ਕੀਪਿੰਗ ਜਾਂ ਪੇਰੋਲ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਐਂਡ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਹੋਰਾਂ ਨੂੰ 2535208886 ਦੇ ਉੱਤੇ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਬਣਾਓ। ਲੋਕੇਸ਼ਨ ਇਹਨਾਂ ਦੀ ਕੈਂਟ ਵਾਸ਼ਿੰਗਟਨ ਦੇ ਵਿੱਚ ਹੈ ਜੀ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੇ ਡਾਈਨ ਇਨ ਕਰੋ, ਆਨਲਾਈਨ ਡਿਲੀਵਰੀ ਮੰਗਾਓ ਜਾਂ ਫਿਰ ਕੈਟਰਿੰਗ ਕਰਵਾਓ। ਫੋਨ ਨੰਬਰ ਹੈ 2063531699। ਕੈਂਟ ਵਾਸ਼ਿੰਗਟਨ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ 23609 104 ਐਵੀਨਿਊ 'ਤੇ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇਹਨਾਂ ਕੋਲੇ ਹਰ ਤਰ੍ਹਾਂ ਦੇ ਟਾਇਰ ਤੇ ਯੂਜ਼ਡ ਟਾਇਰ ਮਿਲਦੇ ਨੇ। ਇਸ ਤੋਂ ਇਲਾਵਾ ਇਹਨਾਂ ਮਾਹਿਰ ਨੇ ਜੀ ਰੀਫਰ ਦੀ ਰਿਪੇਅਰ ਦੇ ਲਈ 8043728800 ਤੇ ਕਾਲ ਕਰੋ। ਲੋਕੇਸ਼ਨ ਹੈ 10224 ਰੈਜ਼ੀਡੈਂਸੀ ਰੋਡ ਮਨਾਸਸ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ 1315 ਵੈਸਟਰਨ ਐਵੀਨਿਊ ਇੰਡੀਅਨੈਪਲਿਸ। ਲੋਕੇਸ਼ਨ ਹੈ ਜੀ ਇਹਨਾਂ ਦੀ ਤੇ 3179797205 ਦੇ ਉੱਤੇ ਕਾਲ ਕਰੋ। ਤੇ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 206 941 54 54 ਦੇ ਉੱਤੇ ਕਾਲ ਕਰਕੇ ਤੁਸੀਂ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਜੇਲ੍ਹਾਂ ਆਪਾਂ ਵੇਖਦੇ, ਮੈਂ ਡਾਕੂਮੈਂਟਰੀਜ਼ ਵੀ ਦੇਖ ਰਿਹਾ ਸੀ, ਜੇਲ੍ਹਾਂ ਦੇ ਵਿੱਚ ਫਿਲਮਾਂ ਬੜੀਆਂ ਜੇਲ੍ਹਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਆਪਣੀ ਪੈਂਠ ਬਣਾਉਣ ਦੇ ਲਈ ਉੱਥੇ ਸਾਰਾ ਕੁਛ ਕੀਤਾ ਜਾਂਦਾ, ਆਪਣੀ ਸਰਦਾਰੀ ਕਾਇਮ ਕਰਨ ਦੇ ਲਈ। ਅਤੇ ਜੇਲ੍ਹ ਦੇ ਵਿੱਚੋਂ ਜਿਹੜੀ ਸਰਦਾਰੀ ਕਾਇਮ ਕੀਤੀ ਉਹ ਹੇਠਾਂ ਤੱਕ ਫਿਰ ਬਾਹਰ ਦੂਰ ਦਰਾਡੇ ਲੀਡਰਾਂ ਤੱਕ, ਪੁਲਿਸ ਤੱਕ ਅਤੇ ਲੋਕਾਂ ਤੱਕ ਜਾਂਦੀ ਹੈ। ਹਮੇਸ਼ਾ ਹੀ ਕਈ ਫਿਲਮਾਂ ਦੇ ਵਿੱਚ ਦੇਖਦੇ ਹਾਂ, ਕਹਾਣੀ ਤੋਂ ਫਿਲਮ ਹੀ ਹੈ ਕਿ ਇਹਦੇ ਵਿੱਚ ਜੇਲ੍ਹ ਮਹਿਕਮੇ ਦੇ ਅਧਿਕਾਰੀਆਂ ਦਾ ਵੀ ਰੋਲ ਹੁੰਦਾ, ਪਰ ਉਹਨਾਂ ਦੀ ਬੇਬਸੀ ਵੀ ਨਜ਼ਰ ਆਉਂਦੀ ਹੈ ਕਈ ਥਾਵਾਂ ਦੇ ਉੱਤੇ। ਪਰ ਜਿਹੜਾ ਘਟਨਾਕ੍ਰਮ ਗੋਇੰਦਵਾਲ ਸਾਹਿਬ 'ਚ ਵਾਪਰਿਆ, ਉੱਥੋਂ ਦੀ ਜੇਲ੍ਹ ਦੇ ਵਿੱਚ ਵਾਪਰਿਆ, ਅੱਜ ਕਿਉਂ ਮਜਬੂਰੀ ਬਸ ਜੇਲ੍ਹ ਮੁਲਾਜ਼ਮਾਂ ਨੂੰ ਕਾਲੇ ਬਿੱਲੇ ਲਾ ਕੇ ਆਪਣੀ ਡਿਊਟੀ ਕਰਨੀ ਪਈ? ਦਾਨੇਲੀਆ ਸਾਹਿਬ, ਜੋ ਕੁਛ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਹੋਇਆ ਹੈ, ਆਪਾਂ ਨੂੰ ਪਤਾ ਕਿ 26 ਫਰਵਰੀ ਦੇ ਦਿਨ ਜੀ ਉੱਥੇ ਇੱਕੋ ਹੀ ਗਰੁੱਪ ਨਾਲ ਸੰਬੰਧਿਤ ਗੈਂਗਸਟਰਾਂ ਦੇ ਦਰਮਿਆਨ ਝਗੜਾ ਹੁੰਦਾ ਹੈ। ਗਰੁੱਪ ਇੱਕੋ ਹੀ ਸੀ? ਮੈਂ ਗਰੁੱਪ ਇੱਕੋ ਹੀ ਕਿਉਂ ਕਹਿਣਾ, ਵੈਸੇ ਗਰੁੱਪ ਦੋ ਹੈ ਲੇਕਿਨ ਇੱਕੋ ਕੇਸ ਦੇ ਵਿੱਚ ਉਹ ਇਕੱਠੇ ਸੀ। ਅੱਛਾ। ਸਿੱਧੂ ਮੂਸੇਵਾਲੇ ਦਾ ਜਿਹੜਾ ਮਰਡਰ ਹੋਇਆ, ਇਸ ਮਰਡਰ ਵਾਸਤੇ ਜਿਹੜਾ ਇਹਦਾ ਸੂਤਰਧਾਰ ਸੀ ਮੇਨ ਮੁੱਖ ਤੌਰ ਦੇ ਉੱਤੇ, ਉਹਨੇ ਬੜੀਆਂ ਇੰਟਰਵਿਊਜ਼ ਦੇ ਕੇ ਬੜੇ ਉਹਨੇ ਮਤਲਬ ਜਿਹੜੇ ਹੈਗੇ ਆਪਣੀਆਂ ਪੋਸਟਾਂ ਪਾ ਕੇ ਕਲੇਮ ਕੀਤਾ ਕਿ ਮੈਂ ਹੀ ਇਹ ਸਾਰਾ ਕੁਛ ਕਰਵਾਇਆ। ਉਹਦਾ ਨਾਂ ਹੈ ਗੋਲਡੀ ਬਰਾੜ। ਠੀਕ ਹੈ ਜੀ। ਕੈਨੇਡਾ ਵਾਲਾ, ਕੈਨੇਡਾ ਦੇ ਵਿੱਚ ਹੈ ਜਿਹੜਾ ਇਸ ਵੇਲੇ। ਗੋਲਡੀ ਬਰਾੜ ਨੂੰ ਇਸ ਗੱਲ ਦਾ ਰੰਜ ਸੀ ਕਿ ਉਹਨਾਂ ਦੇ ਸ਼ਾਇਦ ਉਹਦਾ ਬ੍ਰਦਰ ਹੀ ਸੀ ਜਾਂ ਕਜ਼ਨ ਬ੍ਰਦਰ ਸੀ, ਉਹਦਾ ਕਤਲ ਜਿਹੜਾ ਮੋਹਾਲੀ ਦੇ ਵਿੱਚ ਹੋਇਆ ਸੀ, ਉਹ ਕਤਲ ਕਰਵਾਉਣ ਦੇ ਵਿੱਚ ਸ਼ਾਇਦ ਕਹਿੰਦੇ ਸਿੱਧੂ ਮੂਸੇਵਾਲੇ ਦਾ ਕੋਈ ਮਾੜਾ ਮੋਟਾ ਨਾਮ ਬੋਲਦਾ ਸੀ ਜੀ। ਇਹ ਉਹਨਾਂ ਨੂੰ ਸ਼ੱਕ ਸੀ, ਹੈ ਸੀ ਨਹੀਂ ਸੀ ਸਾਨੂੰ ਨਹੀਂ ਦੇ ਬਾਰੇ ਪਤਾ, ਜਿਹੜੀ ਉਹ ਗੱਲ ਕਹਿੰਦੇ। ਉਹ ਤੋਂ ਬਾਅਦ ਫਿਰ ਉਹ ਮੁੰਡਾ ਵਿੱਕੀ ਮਿੱਡੂ ਖੇੜਾ, ਇੱਕ ਉਹਦਾ ਕਤਲ ਹੁੰਦਾ ਹੈ। ਉਸ ਕਤਲ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦਾ ਜਿਹੜਾ ਕੋਈ ਉਹ ਮੁੰਡਾ ਸ਼ਗਨਪ੍ਰੀਤ ਕੀ ਹੈ, ਉਹਦਾ ਦੋਸਤ ਸੀ ਜਾਂ ਉਹਦਾ ਮੈਨੇਜਰ ਸੀ, ABC, ਉਹਦਾ ਨਾਮ ਵੀ ਆਉਂਦਾ ਸੀ। ਉੱਥੋਂ ਇਹਨਾਂ ਦੀ ਗੱਲ ਵੱਧਦੀ ਗਈ ਤੇ ਸਿੱਧੂ ਮੂਸੇਵਾਲੇ ਨੂੰ ਕਤਲ ਕਰਵਾਉਣ ਦੀ ਇਹਨਾਂ ਨੇ ਯੋਜਨਾ ਬਣਾ ਲਈ। ਤੇ ਮੇਰੇ ਖਿਆਲ ਮੁਤਾਬਕ ਸਿੱਧੂ ਮੂਸੇਵਾਲੇ ਨੂੰ ਇਸ ਗੱਲ ਦਾ ਪਤਾ ਸੀ ਕਿਉਂਕਿ ਉਹਦੇ ਗੀਤਾਂ ਦੇ ਵਿੱਚ ਉਹ ਚੀਜ਼ ਭਾ ਮਾਰਦੀ ਸੀ ਜੀ। ਇਹਦੇ ਨਾਲ ਹੀ ਮੈਂ ਇੱਕ ਇੰਟਰਵਿਊ ਸੁਣੀ ਸੀ ਸੁਖਜਿੰਦਰ ਸਿੰਘ ਰੰਧਾਵਾ ਦੀ, ਜਿਹੜੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੀ ਰਹੇ ਅਤੇ ਗ੍ਰਹਿ ਵਿਭਾਗ ਦੇ ਇੰਚਾਰਜ ਵੀ ਸੀ ਜੀ। ਜਦੋਂ ਸਿੱਧੂ ਮੂਸੇਵਾਲੇ ਨੇ ਚੋਣ ਲੜੀ ਹੈ, ਆਪਾਂ ਵੀ ਇਸੇ ਪਲੇਟਫਾਰਮ ਤੇ ਕਹਿੰਦੇ ਰਹੇ ਕਿ ਉਹਨੇ ਗਲਤ ਪੰਗਾ ਲੈ ਲਿਆ ਜੀ, ਉਹਨੂੰ ਚੋਣ ਨਹੀਂ ਲੜਨੀ ਚਾਹੀਦੀ। ਸੈਲੀਬ੍ਰਿਟੀ ਚਾਹੇ ਕਿੱਡੀ ਵੱਡੀ ਹੋਵੇ, ਮਾਨਸਾ ਦੀ ਧਰਤੀ ਅਜਿਹੀ ਹੈ ਜਿਹੜੀ ਤੜਕ ਭੜਕ 'ਚ ਨਹੀਂ ਆਉਂਦੀ, ਉਹ ਫੈਸਲਾ ਆਪਦੀ ਮਰਜ਼ੀ ਨਾਲ ਕਰਦੇ। ਉਹਨਾਂ ਨੇ ਬਹੁਤ ਵੱਡਿਆਂ ਨੂੰ ਪਾਣੀ ਪਿਆਇਆ ਤੇ ਸਿੱਧੂ ਮੂਸੇਵਾਲੇ ਦਾ ਜਿਸ ਤਰ੍ਹਾਂ ਉੱਥੋਂ ਮੁਸ਼ਕਿਲ ਹੈ, ਪਰ ਉਹ ਬਜਿੱਤ ਸੀ ਤੇ ਉਹਨੇ ਚੋਣ ਲੜੀ ਜੀ। ਜਦੋਂ ਟਿਕਟ ਮੰਗ ਰਿਹਾ ਸੀ ਉਸ ਵੇਲੇ ਕਈ ਲੋਕ, ਅੱਜ ਵੀ ਲੋਕ ਬਹੁਤ ਸਾਰੇ ਕਹਿੰਦੇ ਕਿ ਜੀ ਰਾਜੇ ਵੜਿੰਗ ਨੇ ਉਹਨੂੰ ਚੋਣ ਲੜਾਈ, ਪਰ ਸੁਖਜਿੰਦਰ ਰੰਧਾਵਾ ਇਹ ਕਹਿੰਦਾ ਕਿ ਮੇਰੀ ਹਾਜ਼ਰੀ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਤੇ ਮੈਂ ਉਹਨੂੰ ਕਿਹਾ ਸੀ ਸ਼ੁਭਦੀਪ ਨੂੰ ਕਿ ਸ਼ੁਭਦੀਪ ਤੇਰਾ ਐਡਾ ਵੱਡਾ ਯਾਰ ਹੈਗਾ ਔਰਾ, ਤੇਰਾ ਐਡਾ ਵੱਡਾ ਨਾਂ ਹੈ, ਦੁਨੀਆ ਤੇਰੇ ਮਗਰ ਫਿਰਦੀ ਹੈ। ਅਸੀਂ ਤਾਂ 2.5 3 ਸਾਲ ਪਤਾ ਨਹੀਂ ਕਦੋਂ ਟੁੱਟ ਜੇ ਅਸੈਂਬਲੀ, ਤੂੰ ਇਹ ਕਿਹੜੇ ਪੰਗੇ 'ਚ ਲੈਣਾ? ਉਹ ਕਹਿੰਦਾ ਵੀ ਮੈਂ ਰੰਧਾਵਾ ਸਾਹਿਬ MLA ਬਣਨ ਵਾਸਤੇ ਨਹੀਂ ਚੋਣ ਲੜ ਰਿਹਾ, ਮੈਂ ਆਪਣੀ ਜਾਨ, ਮੇਰੀ ਜਾਨ ਨੂੰ ਬੇਹੱਦ ਖਤਰਾ ਹੈ, ਮੈਂ ਤਾਂ ਸਿਕਿਉਰਿਟੀ ਵਾਸਤੇ ਚੋਣ ਲੜਦਾ। ਜੇ ਮੈਂ MLA ਬਣ ਜਾ ਤਾਂ ਮੇਰੇ ਕੋਲ ਸਿਕਿਉਰਿਟੀ ਹੋਊਗੀ ਤੇ ਮੇਰੀ ਜਾਨ ਬਚ ਰਹੂਗੀ ਜੀ। ਉਹਨੇ ਚੋਣ ਲੜੀ ਸੀ ਇਸ ਕਰਕੇ। ਔਰ ਇਹਦੇ ਲਈ ਗੋਲਡੀ ਬਰਾੜ ਦੀ ਇੰਟਰਵਿਊ ਵੀ ਆਈ ਹੈ ਕਿ ਅਸੀਂ ਉਹਨੂੰ ਕਤਲ ਕਰਨ ਦਾ ਪੱਕਾ ਪ੍ਰਬੰਧ ਕੀਤਾ ਸੀ ਜੀ।
ਔਰ ਪੱਕਾ ਪ੍ਰਬੰਧ ਕਰਨ ਵਾਸਤੇ 2 ਗੈਂਗਸ ਦੀ ਜਿਹੜੀ ਹੈਗੀ ਹੈ ਤਾਲਮੇਲ ਬਿਠਾਇਆ ਗਿਆ ਸੀ। ਮਦਦ ਲਈ ਗਈ ਸੀ। ਔਰ ਇਹਨਾਂ ਦੋਨਾਂ ਗੈਂਗਸ ਦੀ ਜਿਹੜੀ ਯੋਜਨਾਬੰਦੀ ਬਣਦੀ ਹੈ ਕਿ ਆਪਾਂ ਉਹਨੂੰ ਮਾਰਨਾ ਹੈ, ਯੋਜਨਾਬੰਦੀ ਸਾਰੀ ਦੀ ਸਾਰੀ ਤਿਹਾੜ ਜੇਲ੍ਹ 'ਚ ਬਣੀ ਸੀ, ਅੱਛਾ, ਜਿੱਥੇ ਲਾਰੈਂਸ ਬਿਸ਼ਨੋਈ ਸੀ। ਲਾਰੈਂਸ ਬਿਸ਼ਨੋਈ ਦੇ ਨਾਲ ਕਿਸ ਤਰ੍ਹਾਂ ਤਾਲਮੇਲ ਹੁੰਦਾ ਸੀ, ਗੋਲਡੀ ਬਰਾੜ ਦਾ ਸਾਰਾ ਕੁਝ ਹੁੰਦਾ ਸੀ। ਜੇਲ੍ਹਾਂ 'ਚ ਉਹਨਾਂ ਦਾ ਤਾਲਮੇਲ ਹੋ ਗਿਆ ਤੇ ਫਿਰ ਇਹਨਾਂ ਨੇ ਉਹਦੀ ਰੈਕੀ ਕੀਤੀ, ਕਈ ਵਾਰੀ ਬੰਦੇ ਲਾਏ। ਅਲਟੀਮੇਟਲੀ ਫਿਰ ਇਹ ਜਿਹੜਾ ਦਿਨ ਜਿਸ ਦਿਨ ਉਹਨੂੰ ਕਤਲ ਕੀਤਾ ਹੈ, ਉਸ ਦਿਨ ਉਹਨਾਂ ਨੇ ਪੂਰਾ ਪ੍ਰਬੰਧ ਕੀਤਾ ਸੀ ਕਿ ਅੱਜ ਕੁਝ ਵੀ ਹੋ ਜੇ, ਜੀ, ਇਨ ਕੇਸ ਜੇ ਹਮਲੇ 'ਚ ਵੀ ਵੱਜਦਾ ਤੇ ਉਹਦੇ ਘਰੇ ਜਬਰੀ ਦਾਖਲ ਹੋ ਕੇ ਤੇ ਉੱਥੇ ਵੀ ਬੰਦੇ ਨੂੰ ਮਾਰਿਆ ਜਾ ਸਕਦਾ, ਕਿਉਂਕਿ ਉਦੋਂ ਤੱਕ ਇਹ ਗੱਲ ਕਲੀਅਰ ਹੋ ਗਈ ਸੀ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਹੈ ਜਿਹੜੀ ਉਹ ਘਟਾਤੀ ਹੈ ਜੀ, ਉਹਦੇ ਕੋਲ ਸਿਰਫ 2 ਗਨਮੈਨ ਰਹਿ ਗਏ ਹੈ ਤੇ ਉਹਦੀ ਕਿਸਮਤ ਮਾੜੀ। ਜੇ ਵੈਸੇ ਮੈਂ ਕਹਾਂਗਾ ਉਹਨਾਂ ਮੁੰਡਿਆਂ ਦੀ ਕਿਸਮਤ ਚੰਗੀ ਹੈ, ਜੇ ਗਨਮੈਨ ਵੀ ਨਾਲ ਹੁੰਦੇ ਤੇ ਬਚਣਾ ਉਹਨਾਂ ਨੇ ਵੀ ਨਹੀਂ ਸੀ। ਸ਼ਾਇਦ ਕੋਈ ਗੈਂਗਸਟਰਾਂ 'ਚ ਵੀ ਮਰ ਜਾਂਦਾ। ਹਮਲਾ ਹੋ ਬੜਾ ਗੰਭੀਰ ਸੀਗਾ। ਉਸ ਹਮਲੇ ਦੀ ਵਜ੍ਹਾ ਕਾਰਨ ਆਪਾਂ ਕਹਿ ਸਕਦੇ ਕਿ ਇਹ ਦੋਨੇ ਇੱਕੋ ਹੀ ਗਰੁੱਪ ਸੀ ਸਿੱਧੂ ਮੂਸੇਵਾਲੇ ਨੂੰ ਮਾਰਨ ਵੇਲੇ। ਤੇ ਫਿਰ ਇਹ ਹੌਲੀ ਹੌਲੀ ਜਿਹੜੇ ਹੈਗੇ, ਕਿਉਂਕਿ ਜਦੋਂ ਤੁਸੀਂ ਜੇਲ੍ਹ ਚਲੇ ਜਾਂਦੇ ਹੋ ਜੀ, ਦਾਨੀਆਲ ਸਾਹਿਬ, ਮੈਂ ਜੇਲ੍ਹ ਕੱਟੀ ਹੈ, ਜਿਨ੍ਹਾਂ ਲੋਕਾਂ ਨੇ ਜੇਲ੍ਹਾਂ ਦਾ ਤਜਰਬਾ ਦੇਖਿਆ, ਜੇਲ੍ਹ ਦੇ ਵਿੱਚ ਜਾ ਕੇ ਬੰਦੇ ਸ਼ੱਕੀ ਬੜੇ ਹੋ ਜਾਂਦੇ। ਹਾਂ, ਬਿਲਕੁਲ ਹੋ ਜਾਂਦੇ, ਨਾਲ ਦੇ ਆਪਦੇ ਹੱਥਾਂ ਦੀ ਸ਼ੱਕ ਕਰਨ ਲੱਗਦੇ, ਭੈਣਾਂ ਭਰਾਵਾਂ ਦੇ ਉੱਤੇ ਵੀ ਹੋ ਜਾਂਦਾ ਵੀ ਇਹਨੇ ਆਹ ਕਰ ਲਿਆ ਤੇ ਇਹਨੇ ਆਹ ਕਰ ਲਿਆ, ਇਹਨੇ ਫਲਾਣੇ ਨਾਲ ਗੱਲ ਕਰ ਲਈ, ਇਹਦੇ ਨਾਲ ਕਿਤੇ ਇਹ ਨਾ ਹੋ ਜੇ। ਗੈਂਗਸਟਰ ਵੀ ਤਾਂ ਅਕਸਰ ਮਨੁੱਖੀ ਹੈ, ਉਹਨਾਂ ਦੇ ਵਿੱਚ ਪਤਾ ਨਹੀਂ ਕਿਸੇ ਗੱਲ ਦੇ ਉੱਤੇ ਕੋਈ ਜਿਹੜਾ ਹੈਗਾ ਮਨ ਮੁਟਾਵ ਹੋ ਗਿਆ ਤੇ ਉਹ ਮਨ ਮੁਟਾਵ ਹੁੰਦਿਆਂ ਗੱਲ ਦੂਰ ਤੱਕ ਚਲੀ ਗਈ। ਦੋਨਾਂ ਨੇ ਆਪੋ ਆਪਣੇ ਜਿਹੜੇ ਹੈਗੇ ਆ ਮਾਲਕ, ਜਿਹੜੇ ਉਹਨਾਂ ਦੇ ਬੌਸ ਹੈ, ਉਹਨਾਂ ਨਾਲ ਵੀ ਗੱਲਬਾਤ ਹੋ ਗਈ। ਤਾਂ ਕਹਿੰਦੇ ਕੁਝ ਦਿਨ ਪਹਿਲਾਂ ਜੱਗੂ ਭਗਵਾਨਪੁਰੀਆ ਗੈਂਗ ਦੇ 2 ਜਿਹੜੇ ਗੈਂਗਸਟਰ ਸੀ, ਉਹਨਾਂ ਨੇ ਕਿਤੇ ਲਾਰੈਂਸ ਬਿਸ਼ਨੋਈ ਦੇ ਕਿਸੇ ਲੜਕੇ ਦੇ ਨਾਲ ਕੋਈ ਮਾੜੀ ਮੋਟੀ ਬਦ ਕਲਾਮੀ ਕੀਤੀ ਜੀ। ਉਸ ਬਦਕਲਾਮੀ ਦਾ ਨਤੀਜਾ ਇਹ ਹੋਇਆ ਕਿ 26 ਫਰਵਰੀ ਨੂੰ ਉਹਨਾਂ ਨੇ ਪੂਰੀ ਪਲਾਨ ਬਣਾ ਕੇ ਲਾਰੈਂਸ ਬਿਸ਼ਨੋਈ ਦੇ ਜਿਹੜਾ ਗੈਂਗ ਸੀ, ਉਹਦੇ ਗੈਂਗਸਟਰਾਂ ਨੇ ਬਹੁਤ ਹੀ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ 2 ਬੰਦਿਆਂ ਨੂੰ ਜੇਲ੍ਹ ਦੇ ਅੰਦਰ ਬੇਰਹਿਮੀ ਨਾਲ ਕਤਲ ਕਰਤਾ। ਕਤਲ ਕਰਨ ਤੋਂ ਬਾਅਦ ਉਹਨਾਂ ਨੇ ਵੀਡੀਓ ਵੀ ਬਣਾਈ, ਉਹ ਬੰਦੇ ਡੈਡ ਜਦੋਂ ਉਹਨਾਂ ਦੀ ਉਹਨਾਂ ਦੀ ਵੀਡੀਓ ਬਣਾਈ। ਉਹ ਵੀਡੀਓ ਬਣਾਉਣ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਹੋਰ ਵੀਡੀਓ ਬਣਾਈ ਕੱਪੜੇ ਚੇਂਜ ਕਰਕੇ, ਜਿਹਦੇ ਵਿੱਚ ਉਹ ਜ਼ਿੰਮੇਵਾਰੀ ਲੈਂਦੇ ਆ ਕਿ ਸਿੱਧੂ ਮੂਸੇਵਾਲਾ ਵੀ ਅਸੀਂ ਕਤਲ ਕੀਤਾ ਸੀ ਤੇ ਅੱਜ ਜੱਗੂ ਭਗਵਾਨਪੁਰੀਏ ਦੇ ਗੁਰਗੇ ਆ ਜਿਹੜੇ, ਇਹ ਆਪਦੇ ਆਪ ਨੂੰ ਕਿ ਉਹ ਹਰਿਆਣਵੀ ਚ ਬੋਲਦੇ ਆ, ਪੰਜਾਬੀ ਨਹੀਂ ਬੋਲਦੇ, ਹਰਿਆਣਵੀ ਚ ਬੋਲਦੇ। ਉਹਨਾਂ ਨੇ ਉਹ ਜ਼ਿੰਮੇਵਾਰੀ ਲਈ। ਇਹ ਸਾਰਾ ਕੁਝ ਹੋ ਗਿਆ। ਇਹ ਹੁਣ ਐਤਵਾਰ ਨੂੰ ਉਹ ਜਿਹੜੀਆਂ ਦੋਨੋਂ ਵੀਡੀਓ ਵਾਇਰਲ ਹੋ ਗਈਆਂ। ਅੱਜ ਬੁੱਧਵਾਰ ਹੈ, ਐਤਵਾਰ ਨੂੰ ਵੀਡੀਓ ਵਾਇਰਲ ਹੋ ਗਈਆਂ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ। ਹੁਣ ਕਰੀਏ ਕੀ? ਇਮੀਡੀਏਟ ਜੀ ਚਲੋ ਕੇਸ ਦਾ ਰਜਿਸਟਰ 302 ਦਾ ਪਹਿਲਾਂ ਹੀ ਹੋ ਗਿਆ ਸੀ ਤੇ ਫਿਰ ਇੱਕ ਨਵਾਂ ਕੇਸ ਰਜਿਸਟਰ ਕੀਤਾ ਗਿਆ, ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੇ ਤਹਿਤ ਕਿ ਆਹ ਜਿਹੜੀ ਹੈਗੀ ਹੈ ਵੀਡੀਓ ਗਲਤ ਹੋਈ ਹੈ। ਉਹਦੇ ਵਿੱਚ ਜਿਹੜੇ ਹੈਗੇ ਹੈ ਜੇਲ੍ਹ ਅਧਿਕਾਰੀਆਂ ਨੂੰ ਵੀ ਇਨਵੋਲਵ ਕਰ ਲਿਆ ਵੀ ਫੋਨ ਅੰਦਰ ਕਿਵੇਂ ਗਿਆ, ਇਹ ਫੋਨ ਅੰਦਰ ਕਿਵੇਂ ਗਿਆ, ਕੀ ਕੁਛ ਹੈ। ਹਾਲਾਂਕਿ ਫੋਨ ਅੰਦਰ ਕਿਵੇਂ ਜਾਂਦਾ, ਫਿਰ ਇੱਥੇ ਸੁਖੀ ਰੰਧਾਵੇ ਦੀ ਜਿਹੜੀ ਆਪਾਂ ਮਿਸਾਲ ਦੇ ਸਕਦੇ ਹਾਂ ਕਿ ਸੁਖਜਿੰਦਰ ਰੰਧਾਵੇ ਨੇ ਤਾਂ ਆਪ ਕਿਹਾ ਸੀ ਕਿ ਜੇਲ੍ਹਾਂ ਦੇ ਅਧਿਕਾਰੀਆਂ ਨੂੰ ਇਹ ਦੇਣੇ ਪੈਂਦੇ ਅੰਦਰ, ਉਹਨਾਂ ਨੂੰ ਜਿਹੜੀਆਂ ਏਜੰਸੀਆਂ ਕਹਿੰਦੀਆਂ ਦਿਓ। ਕੋਈ ਜੇਲ੍ਹ ਅਧਿਕਾਰੀ ਆਪਣੇ ਪੱਧਰ ਦੇ ਉੱਤੇ ਕਦੇ ਕੋਈ ਐਸਾ ਰਿਸਕ ਨਹੀਂ ਲੈ ਸਕਦਾ ਜੇ ਏਜੰਸੀਆਂ ਉੱਤੋਂ ਨਾ ਕਹਿਣ। ਜੋ ਕੁਝ ਜਾਂਦਾ ਗੈਂਗਸਟਰਾਂ ਨੂੰ ਜਾਂ ਵੱਡੇ ਬੰਦਿਆਂ ਨੂੰ, ਜਿਵੇਂ ਤੁਸੀਂ ਕਿਹਾ ਕਿ ਬੰਦੇ ਆਪਣਾ ਦਬਦਬਾ ਬਣਾਉਂਦੇ ਹੈ, ਉਹ ਦਬਦਬਾ ਜਿਹੜਾ ਹੈਗਾ ਸਾਰੇ ਦਾ ਸਾਰਾ ਉੱਪਰਲਿਆਂ ਦੀ ਨਿਗਰਾਨੀ 'ਚ ਹੁੰਦਾ ਹੈ। ਜਿਹੜੀ ਆਪਾਂ ਸਟੇਟ ਕਹਿ ਦਿੰਦੇ ਹਾਂ ਕਿ ਕਿਵੇਂ ਕਿਹੜੇ ਹਿਸਾਬ ਕਿਤਾਬ 'ਚ ਬੰਦਿਆਂ ਨੂੰ ਰੱਖਣਾ, ਸਾਰਾ ਕੁਝ ਹੁੰਦਾ ਹੈ। ਉਹਨਾਂ ਨੇ ਜੀ ਉਹ 'ਚ ਉਹਨਾਂ ਨੂੰ ਇਨਵੋਲਵ ਕਰ ਲਿਆ। ਪਹਿਲਾਂ ਤਾਂ ਉਹ ਤੋਂ ਪਹਿਲਾਂ ਜਿੱਦੇ ਕਤਲ ਹੋਇਆ ਉਸ ਦਿਨ ਜੇਲ੍ਹ ਦੇ ਸੁਪਰਡੈਂਟ ਹੈ ਇਕਬਾਲ ਸਿੰਘ ਬਰਾੜ, ਉਹਨਾਂ ਦੇ ਖਿਲਾਫ ਤਾਂ ਲਾਤੀ ਸੀ ਇਨਕੁਆਰੀ। ਡਿਪਟੀ ਸੁਪਰਡੈਂਟ ਸੀ ਕੋਈ ਤੇ ਹੋਰ ਸੀ, ਉਹਨਾਂ ਚੋਂ ਕਈਆਂ ਜਣਿਆਂ ਨੂੰ ਸਸਪੈਂਡ ਕਰਤਾ ਸੀ ਔਰ ਉਹਨਾਂ ਦੇ ਖਿਲਾਫ ਅਗਲੀ ਕਾਰਵਾਈ ਵਾਸਤੇ ਵੀ ਗੱਲ ਕੀਤੀ ਸੀ। ਹੁਣ ਇੱਥੇ ਜਿਹੜੇ ਹੈਗੇ ਜੀ 5 ਅਧਿਕਾਰੀਆਂ ਦੇ ਖਿਲਾਫ, ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ, ਇਨਕਲੂਡਿੰਗ ਇਕਬਾਲ ਸਿੰਘ ਬਰਾੜ ਜਿਹੜੇ ਸੁਪਰਡੈਂਟ ਹੈ, ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਹੁਣ ਕੇਸ ਦਰਜ ਕਰ ਲਿਆ, ਦਾਨੀਆਲ ਸਾਹਿਬ, ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਕਰ ਲਈ। ਗ੍ਰਿਫਤਾਰੀ ਕਰਨ ਤੋਂ ਬਾਅਦ ਜਿਸ ਧਾਰਾ ਦੇ ਤਹਿਤ ਕੇਸ ਦਰਜ ਕੀਤਾ, ਜਦੋਂ ਉਹਨਾਂ ਨੂੰ ਕੋਰਟ 'ਚ ਲੈ ਕੇ ਗਏ ਕੱਲ, ਕੋਰਟ ਦੇ ਵਿੱਚ ਜਿਹੜੀ ਹੈਗੀ ਹੈ ਅਦਾਲਤ ਮਜਬੂਰ ਸੀ, ਅਦਾਲਤ ਨੂੰ ਉਹਦੇ ਵਿੱਚ ਜ਼ਮਾਨਤ ਲੈਣੀ ਹੀ ਪੈਣੀ ਸੀ। ਲਓ ਜੀ, ਉਹਨਾਂ ਨੇ ਜ਼ਮਾਨਤ ਲੈ ਲਈ ਤੇ ਜ਼ਮਾਨਤ ਲੈਣ ਤੋਂ ਬਾਅਦ ਫਿਰ ਦੇਖਿਆ ਵੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਤੇ ਗੜਬੜ ਨਾ ਕੋਈ ਹੋ ਜਾਏ। ਉਹਨੇ ਕਿਹਦਾ ਇਸ਼ਾਰਾ ਸੀ? ਹਾਲਾਂਕਿ ਉੱਥੇ ਗੁਰਮੀਤ ਸਿੰਘ ਚੌਹਾਨ ਬੜਾ ਸਿਆਣੇ ਆ, ਪੁਲਿਸ ਅਫਸਰ ਹੈ, ਆਪਣੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੈ। ਮੈਨੂੰ ਨਹੀਂ ਪਤਾ ਵੀ ਕੀ ਹੋਇਆ ਤੇ ਹੋਇਆ ਕੀ ਕਿ ਜਿਹੜਾ 26 ਫਰਵਰੀ ਨੂੰ ਮੁਕੱਦਮਾ ਦਰਜ ਹੋਇਆ ਸੀ ਗੈਂਗਸਟਰਾਂ ਨੂੰ ਕਤਲ ਕਰਨ ਵਾਲਾ 302, ਉਹ 302 ਦੇ ਨਾਲ 120 ਵੀ ਲਾਤੀ। ਅੱਛਾ, ਉਹ 120 ਦੇ ਵਿੱਚ ਇਨਵੋਲਵ ਕੌਣ ਕਰਤੇ? ਜੇਲ੍ਹ ਅਧਿਕਾਰੀ। ਅਜੇ ਜੇਲ੍ਹ ਅਧਿਕਾਰੀਆਂ ਨੂੰ ਦੀ ਜ਼ਮਾਨਤ ਮਨਜ਼ੂਰ ਕਰ ਲਈ, ਉਹਨਾਂ ਦੀ ਰਿਹਾਈ ਨਹੀਂ ਹੋਈ ਸੀ। ਕੱਲ ਰਿਹਾਈ ਹੋਣ ਤੋਂ ਪਹਿਲਾਂ ਇੱਕ ਨਵੇਂ ਮੁਕੱਦਮੇ 'ਚ ਉਹਨਾਂ ਨੂੰ ਇਨਵੋਲਵ ਕਰਕੇ ਤੇ ਉਹਨਾਂ ਨੂੰ
120 ਵੀ ਕਹਿੰਦੇ ਆ, ਪਰ ਮੈਂ 120 ਵੀ ਨਹੀਂ ਕਹਿੰਦਾ। 120 ਵੀ ਜਦੋਂ ਲੱਗਦੇ ਤੇ ਨਾਲ 302 ਵਾਲੀ ਉਹ ਸਾਰੀਆਂ ਧਰਾਵਾਂ ਲੱਗਦੀਆਂ ਹੀ ਲੱਗਦੀਆਂ। ਤੇ ਦਾਨੇਵਾਲੀਆ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ, ਸਿਆਣੇ ਬੰਦੇ ਕਹਿੰਦੇ ਹੁੰਦੇ ਆ ਕਿ ਜੇ ਦਰਖਤ ਦੇ ਉੱਤੇ 302 ਲਿਖਦੀ ਹੈ ਨਾ, ਦਰਖਤ ਸੁੱਕ ਜਾਂਦਾ। ਤੇ ਬੰਦੇ ਦਾ ਤਾਂ ਬਣਦਾ ਕੀ ਹੈ, ਹੁਣ ਉਹਨਾਂ ਦੇ ਉੱਤੇ ਜਦੋਂ ਕੇਸ ਰਜਿਸਟਰ ਕਰਤਾ, ਕੇਸ ਰਜਿਸਟਰ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਫਿਰ ਕਰ ਲਿਆ ਨਾਲ ਦੀ ਨਾਲ। ਅੱਛਾ, ਨਾਲ ਦੀ ਨਾਲ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤਾਂ ਮਤਲਬ ਰਿਹਾ ਤਾਂ ਕੀਤਾ ਹੀ ਨਹੀਂ ਸੀ, ਉਹਦੇ 'ਚ ਉਹਨਾਂ ਨੇ ਦੁਬਾਰਾ ਫਿਰ ਨਾਮਜ਼ਦ ਕਰਤਾ। ਇਹ ਗੱਲ ਜਿਹੜੀ ਹੈ, ਇਹ ਤਾਂ ਵੈਸੇ ਗੱਲ ਹੈ ਵੀ ਜਿਹੜੇ ਜੇਲ੍ਹ ਅਧਿਕਾਰੀ ਕਰਮਚਾਰੀ ਇੰਨੇ ਬੰਦਿਆਂ ਨੂੰ ਰੱਖਦੇ ਆ। ਤੁਸੀਂ ਇੱਕ ਦੇਖੋ, ਯਾਦ ਕਰੋ ਵੀ ਆਪਣੇ ਇੱਕ ਬੱਚਾ ਹੋਸਟਲ ਦੀ ਗੱਲ ਹੀ ਕਰ ਲਓ ਢਿੱਲੋਂ ਸਾਹਿਬ, ਵੀ ਹੋਸਟਲ 'ਚ ਜਵਾਕ ਕਿਵੇਂ ਕਾਬੂ ਕਰਨੇ। ਨਹੀਂ, ਦਾਨੇਵਾਲੀਆ ਸਾਹਿਬ ਹੋਸਟਲ ਦੇ ਵਿੱਚ ਜਵਾਕ ਅਪਰਾਧੀ ਨਹੀਂ ਨਾ ਹੁੰਦੇ, ਉਹ ਤਾਂ ਬੱਚੇ ਹੁੰਦੇ ਆ, ਉਹਨਾਂ ਦੀ ਨਿਆਣੀ ਮੱਤ ਹੁੰਦੀ ਹੈ। ਇੱਥੇ ਤਾਂ ਮਤਲਬ ਜਿਹੜੇ ਹੈਗੇ ਆ ਜੇਬ ਕਤਰੇ ਤੋਂ ਲੈ ਕੇ ਤੇ ਸਿਰੇ ਵਾਲੇ ਹੁੰਦੇ ਆ, ਜਿਨ੍ਹਾਂ ਨੇ ਬੰਦੇ ਮਾਰੇ ਹੁੰਦੇ ਆ, ਉਹਨਾਂ ਸਾਰੇ ਬੰਦਿਆਂ ਨੂੰ ਕੰਟਰੋਲ ਕਰਨਾ ਇਹ ਖਾਲਾ ਜੀ ਦਾ ਬੜਾ। ਹੁਣ ਜਿਹੜੀ ਗੋਇੰਦਵਾਲ ਸਾਹਿਬ ਜੇਲ੍ਹ ਹੈ, ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਜਿਹੜੇ ਬੰਦਿਆਂ ਨੂੰ ਰੱਖਿਆ ਹੋਇਆ ਹੈ ਉਹ ਸਾਰੇ ਉਹੋ ਜਿਹੇ ਮੂਸੇਵਾਲੇ ਦੇ ਕਤਲਾਂ ਵਰਗੇ। ਹੁਣ ਉਹਨਾਂ ਕਿੰਨੇ ਪ੍ਰੈਸ਼ਰ ਥੱਲੇ ਕੰਮ ਕਰਦੇ ਹੋਣਗੇ ਜੇਲ੍ਹ ਦੇ ਅਧਿਕਾਰੀ ਤੇ ਕਰਮਚਾਰੀ। ਡੰਡੇ ਲਈ ਫਿਰਦੇ, ਅੰਦਰ ਬੰਦੂਕ ਲਿਜਾਣਗੇ, ਉਹਨਾਂ ਦੀ ਖੋਹ ਕੇ ਠੋਕ ਦੇਣਗੇ, ਉਹ ਠੋਕ ਦੇਣਗੇ ਜੀ। ਦੂਜੀ ਗੱਲ ਹੈ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਹੈਗਾ ਸਰਕਾਰਾਂ ਦਾ ਕਿੰਨਾ, ਗੈਂਗਸਟਰਾਂ ਦਾ ਕਿੰਨਾ। ਹੁਣ ਜੇ ਗੈਂਗਸਟਰ ਦਾ ਕਿੰਨਾ, ਇੱਥੇ ਗੈਂਗਸਟਰ ਦੇ ਲੋਕਾਂ ਨੂੰ ਕੋਈ ਗੋਲਡੀ ਬਰਾੜ ਦਾ ਨਾਂ ਲੈ ਦਿੰਦਾ, ਕੋਈ ਅਰਸ਼ ਡੱਲੇ ਦਾ ਨਾਂ ਲੈ ਦਿੰਦਾ, ਕਾਲਾਂ ਆਉਂਦੀਆਂ ਤੇ ਕਾਲਾਂ ਆਉਣ ਤੋਂ ਬਾਅਦ ਲੋਕ 10-10 ਲੱਖ ਰੁਪਇਆ ਦੇ ਦਿੰਦੇ। ਅੱਜ ਮੇਰੇ ਧਿਆਨ 'ਚ ਇੱਕ ਗੱਲ ਹੋਰ ਆਈ ਕਿ ਜਿਹੜੇ ਉਹ ਇੱਥੇ ਤਲਵੰਡੀ ਦੇ ਵਿੱਚ ਕੰਮ ਸ਼ੁਰੂ ਹੋਇਆ ਸੀ, ਕਹਿੰਦੇ ਜੀ ਉਹ ਮੰਨਾ ਕੋਈ, ਤੇ ਉਹਦਾ ਟੈਲੀਫੋਨ ਆ ਗਿਆ ਕਿ ਭਾਈ ਕਿਸੇ ਭਲੇ ਬੰਦੇ ਨੂੰ ਵੀ ਤੂੰ 10 ਲੱਖ ਰੁਪਇਆ ਦੇ। ਉਹਨਾਂ ਨੇ ਫਲਾਣੇ ਬੰਦੇ ਨੂੰ ਦੇ ਕਿਸ ਦਾ ਨਾਂ ਹੈ, ਤਾਂ ਵੀ ਸਾਡਾ ਪ੍ਰਧਾਨ ਸਾਹਿਬ ਹੈ ਜੀ, ਉਹਨੂੰ ਦੇ ਦਿਓ। ਉਹ ਕਹਿੰਦੇ ਜੀ ਪ੍ਰਧਾਨ ਸਾਹਿਬ ਨੂੰ ਦੇ ਦੇਣਗੇ। ਚਲੋ ਉਹਨਾਂ ਨੇ ਸੋਚ ਵਿਚਾਰ ਕਰਕੇ ਜਿੰਨਾ ਕਿ ਇੰਤਜ਼ਾਮ ਹੋਇਆ 4 ਲੱਖ ਰੁਪਇਆ ਦੇ ਆਏ ਸੀ। ਅਗਲੇ ਦਿਨ ਪ੍ਰਧਾਨ ਸਾਹਿਬ ਦੇ ਕਹਿੰਦੇ ਜੀ ਬੰਦੇ ਹੋਰ ਆ ਗਏ। ਉਹਨਾਂ ਨੇ ਆ ਕੇ ਫਿਰ ਉਹਦੀ ਡਾਂਟ ਡਪਟ ਕੀਤਾ ਵੀ ਤੈਨੂੰ 10 ਲੱਖ ਕਿਹਾ ਸੀ, ਉਹ 4 ਲੱਖ ਨਾਲ ਕਿਵੇਂ ਉਹਨੇ 6 ਲੱਖ ਹੋਰ ਦਿੱਤਾ। ਤੇ ਫਿਰ ਤਲਵੰਡੀ ਦੇ ਇਲਾਕੇ ਦੇ ਵਿੱਚ ਇੱਕ ਚੇਨ ਹੀ ਚੱਲ ਪਈ। ਜੋ ਚੇਨ ਚੱਲ ਪਈ ਸੀ, ਇਹ ਤੋਂ ਵੀ ਅਗਰ ਆਓ ਤਾਂ ਫਿਰ ਲਾਲਾ ਹੋ ਗਈ। ਲਾਲਾ ਹੋਣ ਤੋਂ ਬਾਅਦ ਫਿਰ ਕੇਸ ਰਜਿਸਟਰ ਹੋ ਗਿਆ। ਚਲੋ SSP ਵਗੈਰਾ ਉੱਥੇ ਗਏ, ਉਹਨਾਂ ਨੇ ਕੋਈ ਦੱਸਦੇ ਆ ਕਹਿੰਦੇ ਵੀ 20 ਲੱਖ ਰੁਪਇਆ ਰਿਕਵਰ ਕਰ ਲਿਆ ਸੀ। 10 ਲੱਖ ਰੁਪਈਆ ਉਹਨਾਂ ਦਾ ਜਿਹੜਾ ਹੈਗਾ ਉਹ ਰਿਕਵਰੀ ਦੇ ਵਿੱਚ ਉਹਨਾਂ ਨੂੰ ਵਾਪਸ ਕਰਤਾ ਵੀ ਆ ਲਓ ਜੀ, ਤੇ ਕੇਸ ਵੀ ਦਰਜ ਕਰ ਲਿਆ। ਕੇਸ ਦਰਜ ਕਰਨ ਤੋਂ ਬਾਅਦ ਹੋਇਆ ਕੀ ਕਿ ਕੋਈ ਗਿੱਟ-ਮਿੱਟ ਹੋ ਗਈ, ਕਿਤੇ ਪਤਾ ਨਹੀਂ ਕਿੱਥੋਂ ਦਬਾਅ ਪਿਆ ਹੋਵੇ। ਇਨਕੁਆਰੀ ਆਰਡਰ ਹੋ ਗਈ ਵੀ ਇਨਕੁਆਰੀ ਕਰ ਲਓ, ਜਿਹੜੇ ਬੰਦੇ ਦਾ ਨਾਂ ਲੈ ਰਿਹਾ ਮੰਨਾ ਅੰਦਰੋਂ ਕਿ ਇਹਨੂੰ ਪੈਸੇ ਦੇ ਦਿਓ, ਉਹ ਉਸ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਬੇਦੋਸ਼ਾ ਕਰਾਰ ਦੇ। ਹੁਣ ਜਦੋਂ ਇਹੋ ਜਿਹਾ ਕੰਮ 'ਚ ਪੁਲਿਸ ਦੀ ਸਥਿਤੀ ਇਹ ਹੈ ਤੇ ਜੇਲ੍ਹਾਂ ਵਾਲਿਆਂ ਨੂੰ ਤਾਂ ਰੋਜ਼ ਉਹਨਾਂ ਜਿੱਥੇ ਉਹਨਾਂ ਦੇ ਬੰਦੇ ਬੈਠੇ ਉਹਨਾਂ ਦੀ ਹਾਲਤ ਕੀ ਹੋਊਗੀ। ਇਸ ਕਰਕੇ ਬਹੁਤ ਜਿਹੜੀ ਬੁਰੀ ਹਾਲਤ, ਇਹਦਾ ਪ੍ਰਤੀਕਰਮ ਬੜਾ ਤਿੱਖਾ ਹੋਇਆ, ਕਿਉਂਕਿ ਜੇਲ੍ਹ ਦੇ ਜਿਹੜੇ ਕਰਮਚਾਰੀ ਤੇ ਅਧਿਕਾਰੀ ਆ ਉਹ ਡਿਸਪਲਿਨਡ ਫੋਰਸ 'ਚ ਆਉਂਦੇ। ਹਾਲਾਂਕਿ ਜੇਲ੍ਹ ਗਾਰਡ ਐਸੋਸੀਏਸ਼ਨ ਇਹਨਾਂ ਦੀ ਇੱਕ ਯੂਨੀਅਨ ਬਣੀ ਹੋਈ ਹੈ, ਪਰ ਅਧਿਕਾਰੀ ਕੋਈ ਯੂਨੀਅਨ ਨਹੀਂ ਬਣਾ ਸਕਦੇ। ਮੈਨੂੰ ਸਵੇਰ ਤੋਂ ਜਦੋਂ ਮੈਂ ਖਬਰ ਪੜ੍ਹੀ ਵੀ ਆਹ ਗੱਲ ਹੋ ਗਈ ਤੇ ਮੇਰੇ ਦਿਮਾਗ ਦੇ ਵਿੱਚ ਇਹ ਸੀ ਕਿ ਜ਼ਰੂਰ ਕੁਛ ਨਾ ਕੁਛ ਹੋਊ। ਅੱਜ ਮੈਂ ਕਈ ਥਾਵਾਂ ਦੇ ਉੱਤੇ ਜਾ ਕੇ ਪਰਸਨਲੀ 1-2 ਥਾਵਾਂ ਤੇ ਮੈਂ ਗਿਆ ਵੀ ਹਾਂ, ਜਾ ਕੇ ਜਦੋਂ ਮੈਂ ਵੈਰੀਫਾਈ ਕੀਤਾ ਕੀ ਹੈ ਤੇ ਵਾਕਈ ਸੱਚੀ ਮੁੱਚੀ ਗੱਲ ਹੈ ਜੀ। ਰੋਸ ਪ੍ਰਗਟ ਬੇਚੈਨੀ ਬੜੀ ਹੈ। ਅਧਿਕਾਰੀ ਬੋਲਣ ਨੂੰ ਤਿਆਰ ਨਹੀਂ, ਲੇਕਿਨ ਉਹਨਾਂ ਦੇ ਚਿਹਰੇ ਉਤਰੇ ਹੋਏ ਵੀ ਜੇ ਅੱਜ ਇੱਕ ਇਕਬਾਲ ਸਿੰਘ ਬਰਾੜ ਜਾਂ ਉਹਦੇ ਸਾਥੀ ਜਿਹੜੇ ਹੈਗੇ ਫੜ ਕੇ ਅੰਦਰ ਦਿੱਤੇ ਤੇ ਕੱਲ ਨੂੰ ਇੱਥੇ ਕੁਛ ਹੋ ਗਿਆ, ਇਹ ਚੱਲ ਪੈਣੇ। ਇਹ ਜਿਹੜੀ ਹੈਗੀ ਹੈ ਤੁਰ ਪੈਣੀ ਹੈ, ਗੱਲ ਗਾਂਹ ਤੁਰ ਪੈਣੀ ਹੈ ਤੇ ਫਿਰ ਸਾਰਿਆਂ ਤੇ ਆਊਗਾ। ਉਹ ਬੜੇ ਨਿਰਾਸ਼ ਹੈਗੇ। ਪਤਾ ਲੱਗਿਆ ਕਿ ਜੇਲ੍ਹ ਅਧਿਕਾਰੀ ਜਿਹੜੇ ਹੈਗੇ ਉਹ ਆਪਣੇ ਉੱਪਰਲੇ ਅਧਿਕਾਰੀਆਂ ਦੇ ਨਾਲ ਤਾਲਮੇਲ 'ਚ ਹੈਗੇ ਜੀ। ਉਹ ਕਹਿੰਦੇ ਜੀ ਇਹ ਹੋ ਕੀ ਗਿਆ, ਉਹਨਾਂ ਨੂੰ ਸਰਕਾਰ ਨਾਲ ਗੱਲ ਕਰਨਗੇ। ਪਰ ਜਿਹੜੇ ਛੋਟੇ ਕਰਮਚਾਰੀ ਆਪਣੇ ਅਸਲੀ ਰੂਪ ਦੇ ਵਿੱਚ ਆ ਗਏ। ਅੱਜ ਜਿਹੜੀਆਂ ਹੈ ਜਿਹੜੀ ਉਹ 12 ਵਜੇ ਇਹਨਾਂ ਦੀ ਗਾਰਡ ਚੇਂਜ ਹੁੰਦੀ ਹੈ ਤੇ 12 ਵਜੇ ਵਾਲੀ ਗਾਰਡ ਤੋਂ ਬਾਅਦ ਮੈਂ ਦੇਖਿਆ ਕਿ ਸਾਰਿਆਂ ਦੇ ਲਗਭਗ ਸਾਰੀਆਂ ਜੇਲ੍ਹਾਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਕਾਲੇ ਬਿੱਲੇ ਲਾਏ, ਡਿਊਟੀਆਂ ਕੀਤੀਆਂ, ਡਿਊਟੀਆਂ ਤੇ ਚੜੇ ਹੋਏ ਹੈ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਰੋਸ ਤੇ ਪ੍ਰਗਟਾਵੇ ਵਾਲੀ ਗੱਲ ਹੈ ਉਹ ਕਾਲੇ ਬਿੱਲੇ ਆਪਦੇ ਤੇ ਲਾ ਲਏ। ਇਹਦੇ ਤੇ ਵੇਖੋ ਤਾਂ ਗੱਲ ਇਹ ਹੈ, ਜੇ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ, ਸਾਡੀ ਕਿਸੇ ਨਾਲ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਅਸੀਂ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਰਹੇ ਹਾਂ, ਸਾਨੂੰ ਪਤਾ ਜੇਲ੍ਹਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਬੜੀ ਉਲੰਘਣਾ ਹੁੰਦੀ ਹੈ। ਪਰ ਜਦੋਂ ਤੁਸੀਂ ਸਿਸਟਮ ਨੂੰ ਚਲਾਉਣਾ ਹੋਵੇ, ਜੇ ਸਿਸਟਮ ਨੂੰ ਚਲਾਉਣ ਵੇਲੇ ਤੁਸੀਂ ਆਪਦੇ ਪੈਰ ਦੇ ਉੱਤੇ ਆਪ ਹੀ ਕੁਹਾੜੀ ਮਾਰਨ ਲੱਗੇ, ਫਿਰ ਸਿਸਟਮ ਚੱਲੂਗਾ ਕਿਵੇਂ? ਤੁਸੀਂ ਕਿਹੜੇ ਹਿਸਾਬ ਦੇ ਨਾਲ ਕਰੋਗੇ? ਘੱਟੋ ਘੱਟ ਪ੍ਰੈਸ਼ਰ ਆਪਦੀ ਥਾਂ ਦੇ ਉੱਤੇ ਹੁੰਦਾ ਹੈ, ਲੇਕਿਨ ਕੇਸ ਰਜਿਸਟਰ ਹੋ ਜਾਂਦਾ ਹੁੰਦਾ ਵੀ ਚਲੋ ਜੀ ਠੀਕ ਹੈ, ਇਨਕੁਆਰੀ ਕਰਦੇ ਹਾਂ, ਪੜਤਾਲ ਕਰਦੇ ਹਾਂ, ਤੇ 302 ਦੇ ਵਿੱਚ ਫੜ ਕੇ ਤੁਸੀਂ ਜੇਲ੍ਹਾਂ ਵਾਲਿਆਂ ਨੂੰ ਤੁੰਨਣ ਲੱਗ ਪਏ। ਫਿਰ ਕੀ ਬਣੂ? ਇਹਦੇ ਨਾਲ ਫਿਰ ਜੇਲ੍ਹਾਂ ਦਾ ਕੰਟਰੋਲ ਨਹੀਂ ਚੱਲਦੀਆਂ, ਜੇਲ੍ਹਾਂ ਨਹੀਂ ਚੱਲਣਗੇ। ਅੱਗੇ ਪੁਲਿਸ ਅਧਿਕਾਰੀ ਲਾ ਕੇ ਵੇਖੇ ਸੀ, ਇਹਨਾਂ ਨੇ ਲਾ ਕੇ ਦੇਖੇ ਸੀ, ਕੀ ਦੇਖਿਆ ਨਹੀਂ ਬਣੀ ਗੱਲ। ਬਿਲਕੁਲ ਇਸ ਕਰਕੇ ਕਿਉਂਕਿ ਇਹਨਾਂ ਦੀ ਟ੍ਰੇਨਿੰਗ ਹੀ ਅਲੱਗ ਹੈ ਜੀ। ਵੱਖਰੀ ਗੱਲ ਹੈ ਜੀ, ਵੱਖਰੀ ਗੱਲ, ਇਹਨਾਂ ਦੀ ਵੱਖਰੀ ਕਿਸਮ ਦੀ ਟ੍ਰੇਨਿੰਗ। ਇਹਨਾਂ ਦਾ ਸਕੂਲ ਅਲੱਗ, ਇਹਨਾਂ ਦੀ ਅਕੈਡਮੀ ਅਲੱਗ। ਦੇਖੋ ਬਿਲੌਰ ਹੈ ਜਿਹੜਾ ਕਰਨਾਟਕ ਦੇ ਵਿੱਚ, ਉੱਥੇ ਜੇਲ੍ਹ ਅਫਸਰਾਂ ਦੀ ਟ੍ਰੇਨਿੰਗ ਹੁੰਦੀ ਹੈ ਜੀ। ਠੀਕ ਹੈ। ਤੇ ਪਟਿਆਲੇ ਜਿਹੜਾ ਆਪਣਾ ਤੁਹਾਡੇ ਜਿਹੜੇ ਵਾਰਡਨ ਤੇ ਦੂਜੇ ਇਹਨਾਂ ਦੀ ਕੀ ਕਹਿੰਦੇ ਪਟਿਆਲੇ ਦਾ ਸਕੂਲ ਜੇਲ੍ਹ ਦੇ ਨਾਲ ਹੀ ਹੈ, ਮੇਰੇ ਜੇਲ੍ਹ ਦੇ ਨਾਲ ਹੀ ਹੈ ਜੇਲ੍ਹ ਸਕੂਲ। ਹਾਂ, ਕਿਉਂਕਿ ਇਹ ਪੰਜਾਬ ਪੁਲਿਸ ਜਿਵੇਂ ਆਪਣੇ ਜਾਣ ਖੇਲਾ
ਉੱਥੇ ਕਾਂਸਟੇਬਲਾਂ ਦੀ ਟ੍ਰੇਨਿੰਗ ਹੁੰਦੀ ਆ, ਉਹਨੂੰ ਪੁਲਿਸ ਸਕੂਲ ਕਿਹਾ ਜਾਂਦਾ ਠੀਕ ਹੈ ਇਹ ਜੇਲ੍ਹ ਸਕੂਲ ਹੈ। ਮੈਂ ਕਹਿਣ ਤੋਂ ਭਾਬੀ ਦੋਨਾਂ ਦੇ ਹੀ ਅਲੱਗ-ਅਲੱਗ ਹੀ ਹੈ ਹੀ, ਸਾਰੇ ਕੰਮ ਹੀ ਅਲੱਗ-ਅਲੱਗ ਆ, ਵਰਦੀ ਤਾਂ ਖਾਕੀ ਦੇਖਣ ਨੂੰ ਲੱਗਦੀ ਆ। ਸੋ ਅਸੀਂ ਤਾਂ ਭਗਵੰਤ ਸਿੰਘ ਮਾਨ ਹੋਰਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਮਾਨ ਸਾਹਿਬ ਇਧਰ ਨੂੰ ਧਿਆਨ ਦਿਓ। ਇਹ ਠੀਕ ਹੈ ਕਿ ਜਿਹੜਾ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਗੱਲ ਇਹ ਹੈ ਵੀ ਕਿਸੇ ਨੇ ਵਾਇਰਲ ਕੀਤੀ, ਕਿਸੇ ਨੇ ਕਤਲ ਕਰਤਾ, ਸਾਰਾ ਸਿਲਸਿਲਾ 'ਚ ਉਹਨਾਂ ਦੀ ਜਿੰਨੀ ਕਮੀ ਪੇਸ਼ੀ ਹੈਗੀ ਹੈ ਤੁਸੀਂ ਸਸਪੈਂਡ ਕਰਤਾ, ਬਦਲੀਆਂ ਕਰਤੀਆਂ, ਇਹੋ ਜਿਹੀਆਂ ਸਜ਼ਾਵਾਂ ਹੁੰਦੀਆਂ। 302 ਐਡੀ ਵੱਡੀ ਸਜ਼ਾ ਦੇ ਵਿੱਚ ਤੁਸੀਂ ਉਹਨਾਂ ਨੂੰ ਟੰਗੋਗੇ ਤਾਂ ਇਹ ਜਿਹੜੀ ਹੈਗੀ ਹੈ ਸਿਸਟਮ ਵਾਸਤੇ ਗੱਲ ਇਹ ਠੀਕ ਨਹੀਂ। ਇਹਦੇ ਨਾਲ ਸਿਸਟਮ ਹੱਲ ਜਾਣਾ ਸਾਰਾ। ਅੱਜ ਇਕੱਲੀਆਂ ਜੇਲਾਂ ਨਹੀਂ ਹਿੱਲਣਗੀਆਂ, ਕੱਲ ਨੂੰ ਪੁਲਿਸ ਅਫਸਰਾਂ ਦੇ ਵਿੱਚ ਵੀ ਬੇਚੈਨੀ ਪੈਦਾ ਹੋ ਰਹੀ ਹੈ, ਕਿਉਂਕਿ ਅਜਨਾਲੇ ਵਾਲੇ ਘਟਨਾਕ੍ਰਮ ਤੋਂ ਬਾਅਦ ਬੜਾ ਕੁਝ ਜਿਹੜਾ ਅੰਦਰ ਚੱਲੀ ਜਾਂਦਾ, ਡੀਮੋਰਲਾਈਜ਼ ਬਹੁਤ ਜ਼ਿਆਦਾ। ਬਿਲਕੁਲ। ਨਾਲੇ ਢਿੱਲੋਂ ਸਾਹਿਬ ਜਿਸ ਢੰਗ ਦੇ ਨਾਲ ਪੁਲਿਸ ਦੀ ਦੁਰਵਰਤੋਂ ਸਿਆਸਤਦਾਨਾਂ ਵੱਲੋਂ ਕੋਟਕਪੂਰੇ ਤੇ ਵਹਿਬਲ ਕਲਾਂ ਕੀਤੀ ਗਈ ਹੈ, ਉਹਦੇ ਵਿੱਚ ਵੀ ਜਦੋਂ ਹੁਣ ਗੱਲਾਂ ਆ ਗਈਆਂ, ਉਹ ਕਹਿੰਦੇ ਵੀ ਉਦੋਂ ਤਾਂ ਵਰਤ ਲਿਆ ਸਾਨੂੰ। 2-4 ਬੰਦੇ ਭੇਜ ਕੇ ਸਾਰੀ ਪੁਲਿਸ ਰਗੜਤੀ ਤੁਸੀਂ। ਬੰਦੇ ਤਾਂ ਬਾਹਰੋਂ ਭੇਜਤੇ ਆਪਦੇ ਚੁਣਿੰਦਾ, ਜਿਨ੍ਹਾਂ ਨੇ ਚੰਦ ਚਾੜੇ ਆ ਤੇ ਰਗੜੀ ਲੋਕਲ ਪੁਲਿਸ ਗਈ, ਬਾਂਝੇ ਗਏ ਉਹ ਵਿਚਾਰੇ ਤਰੀਕਾ ਉਹ ਭੁਗਤਣਗੇ। ਤਰੀਕਾ ਭੁਗਤਣੇ ਤਾਂ ਵੱਖਰੀ ਗੱਲ ਹੈ ਜੀ, ਜੇ ਲਾਜ ਲੱਗ ਗਈ ਤਾਂ ਗੱਲ ਖਤਮ ਹੈ। ਉਹ ਕਹਿੰਦੇ ਹੁੰਦੇ ਨਾ ਚੁੱਲ੍ਹਿਆਂ 'ਚ ਘਾਹ ਉੱਗ ਪੈਂਦਾ। ਕਤਲਾਂ ਦੇ ਉੱਪਰ ਪਰਮਿੰਦਰ ਸੰਧੂ ਦਾ ਗਾਣਾ ਹੀ ਤੇ ਸੰਦੀਲੇ ਦਾ ਲਿਖਿਆ ਸੀ, ਕਤਲਾਂ ਦੇ ਕੇਸ ਜੇ ਪੈ ਗਏ ਚੁੱਲ੍ਹਿਆਂ ਵਿੱਚ ਘਾਹ ਉੱਗ ਪੈਣੇ। ਬਿਲਕੁਲ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ, ਮਾਨ ਸਾਹਿਬ ਤੁਸੀਂ ਇਹਨੂੰ ਥੋੜਾ ਜਿਹਾ ਨਾਲੇ ਮਾਨ ਸਾਹਿਬ ਨੂੰ ਇਹ ਵੀ ਬੇਨਤੀ ਕਰ ਦਿੰਦੇ ਆ ਜੀ ਵੀ ਮਾਨ ਸਾਹਿਬ ਜਿਹੜੀਆਂ ਪਹਿਲਾਂ ਜੇਲ੍ਹ ਅਧਿਕਾਰੀਆਂ ਨੇ ਤੁਹਾਨੂੰ ਸਰਕਾਰ ਨੂੰ ਚਿੱਠੀਆਂ ਲਿਖੀਆਂ ਤੇ ਇਕਵਿਪਮੈਂਟ ਮੰਗੇ ਆ ਤੁਹਾਡੇ ਤੋਂ, ਉਹ ਵੀ ਫਾਈਲ ਖੋਲ ਦਿਓ। ਉਹ ਜ਼ਰੂਰੀ ਹੈ ਨਾ, ਉਹ ਜ਼ਰੂਰੀ ਹੈ ਕਿ ਸਾਡੇ ਕੋਲ 2G ਜਿਹੜੇ 2G ਦੇ ਹੈਗੇ ਆ ਜੈਮਰ, ਇਸ ਵੇਲੇ 5G ਜਾ ਰਹੇ ਅਸੀਂ, 4G ਤਾਂ ਚੱਲ ਹੀ ਰਹੀ ਹੈ, 5G ਜਾ ਰਹੇ ਆ, ਉਹ ਜੈਮਰ ਤਾਂ ਬੇਕਾਰ ਹੈਗੀ। ਬਾਡੀ ਸਕੈਨਰ ਸਾਡੇ ਕੋਲੇ ਹੈ ਨਹੀਂ। ਤੁਸੀਂ ਜੇਲ੍ਹਾਂ ਨੂੰ ਸੁਰੱਖਿਅਤ ਬਣਾਉਣ ਵਾਸਤੇ ਐਕਸ-ਰੇ ਮਸ਼ੀਨਾਂ ਦੀ ਬੜੀ ਦੇਰ ਪਹਿਲਾਂ ਮੰਗ ਕੀਤੀ ਜਾ ਚੁੱਕੀ ਵੀ ਬੰਦੇ ਨੂੰ ਅੰਦਰ 에ਅਰਪੋਰਟ ਵਾਂਗੂ ਲੰਘਾਈਏ ਤੇ ਉਹੀ ਬਾਡੀ ਸਕੈਨਰ ਆ ਗਿਆ, ਉਹ ਨਿਕਲ ਗਿਆ, ਸਾਰਾ ਕੁਝ ਪਤਾ ਲੱਗ ਗਿਆ ਕਿ ਬਾਡੀ ਦੇ ਵਿੱਚ ਵੀ ਕੀ ਕੁਝ ਪਾਇਆ ਹੈ। ਇਹ ਜ਼ਰੂਰੀ ਹੈ ਇਸ ਗੱਲ ਦਾ, ਜਿੱਧਰ ਧਿਆਨ ਦੇਣਾ ਚਾਹੀਦਾ ਉਧਰ। ਜਿਹੜੇ ਉਹਨਾਂ ਕੋਲੇ ਬਹੁਤ ਛੋਟਾ ਜਿਹੜਾ ਹੈਗਾ ਸਿਸਟਮ ਹੈ, ਉਹ ਇਨਫਰਾਸਟ੍ਰਕਚਰ ਉਹਨਾਂ ਦੇ ਕੋਲੇ ਨਾ ਮਾਤਰ ਹੈ, ਇਹਦੇ ਬਾਵਜੂਦ ਜੇ ਉਹ ਕੰਮ ਚਲਾਈ ਜਾਂਦੇ ਹੈ ਤੇ ਉਹਨਾਂ ਦੇ ਤੁਸੀਂ 302 ਵਰਗੇ ਕਤਲਾਂ ਦੇ ਵਿੱਚ ਉਹਨਾਂ ਨੂੰ ਪਾ ਦਿਓਗੇ ਤੇ ਇਹਦੇ ਨਾਲ ਤਾਂ ਬਹੁਤ ਜਾਇਜ਼ ਨਹੀਂ, ਨਜਾਇਜ਼ ਕੰਮ, ਨਜਾਇਜ਼ ਧੱਕਾ ਹੈ ਜੀ। ਸੋ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਤੇ ਢਿੱਲੋਂ ਸਾਹਿਬ ਹੁਣ ਗੱਲ ਕਰਦੇ ਅਸੈਂਬਲੀ ਦੀ। ਜਦੋਜਹਿਦ ਤਾਂ ਅੰਦਰ ਕਰਨੀ ਸੀ, ਛੱਡ ਕੇ ਮੈਦਾਨ ਭੱਜ ਗਏ, ਕਹਿੰਦੇ ਸਿੱਧੇ ਨਾਲ ਹੀ ਕਹਿੰਦੇ 2 ਕੋਹ ਤੇ ਗਵਰਨਰ ਸਾਹਿਬ ਦਾ ਘਰ ਆ, ਉੱਥੇ ਜਾ ਵੱਜੇ, ਕਹਿੰਦੇ ਇਹਨੂੰ ਸਰਕਾਰ ਨੂੰ ਭੰਗ ਕਰੋ। ਦੇਖੋ ਗੱਲ ਇਹ ਧਾਨੇਵਾਲੀਆ ਸਾਹਿਬ, ਸੁਖਬੀਰ ਸਿੰਘ ਬਾਦਲ ਨੇ ਲੰਬੀ ਦੇ ਹਲਕੇ 'ਚ ਮਾਘੀ ਦੇ ਮੇਲੇ ਤੋਂ ਪਹਿਲਾਂ ਇੱਕ ਮੀਟਿੰਗ ਕੀਤੀ ਸੀ ਤੇ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਸੀ, ਉਹ ਮੀਟਿੰਗ ਦੀ ਜਿਹੜੀ ਕਾਰਵਾਈ ਉਹ ਵਾਇਰਲ ਹੋ ਗਈ ਸੀ। ਉਹਦੇ ਵਿੱਚ ਉਹ ਲੋਕਾਂ ਨੂੰ ਕਹਿੰਦੇ ਵੀ ਭਾਈ ਵੱਧ ਤੋਂ ਵੱਧ ਲੋਕ ਆਓ, ਤੁਸੀਂ ਆਪਾਂ ਉੱਥੇ ਜਾਣਾ, ਜਨਤਾ ਨੂੰ ਲੈ ਕੇ ਆਓ ਮਾਘੀ ਦੇ ਮੇਲੇ ਦੇ ਉੱਤੇ। ਕਹਿੰਦੇ ਠੀਕ ਹੈ ਜੀ, ਲੈ ਕੇ ਆਵਾਂਗੇ। ਉਹ ਕਹਿੰਦਾ ਕਿ ਚੋਣਾਂ ਆਉਣੀਆਂ, ਜੇ ਆਪਾਂ ਇਕੱਠ-ਵੱਠ ਦਿਖਾਵਾਂਗੇ ਫੇਰ ਹੀ ਆਪਣੀ ਗੱਲ ਬਣੂਗੀ ਨਾ। ਤੇ ਐਵੇਂ ਨਾ ਕਿਤੇ ਕੋਈ ਤੁਸੀਂ ਹੋਰ ਕਰ ਲਿਓ, ਮੇਰੇ ਵਰਗਿਆਂ ਨੇ ਥੱਲਿਓਂ ਜਿਵੇਂ ਆਪਣੇ ਜਕਾਰੇ ਛੱਡਣ ਵਾਲੀ ਗੱਲ ਹੁੰਦੀ ਹੈ, ਬੇਫਿਕਰ ਹੋ ਜੀ, ਚੱਕ ਦਿਆਂਗੇ ਫਲਾਣੇ ਤੇ ਕਹਾਂਗੇ। ਤੇ ਉਹ ਸੁਖਬੀਰ ਸਿੰਘ ਬਾਦਲ ਕਹਿੰਦਾ ਵੀ ਯਾਰ ਐਤਕੀ ਜੇ ਹਾਰ ਗਿਆ, ਨਹੀਂ ਜੇ ਹੋਰ ਪਾਰਟੀ ਦੀ ਸਰਕਾਰ ਬਣ ਗਈ ਤੇ ਮੈਂ ਭੱਜ ਜਾਣੇ। ਅੱਛਾ, ਫੇਰ ਨਾ ਤੁਸੀਂ ਭਾਲਿਓ ਵੀ ਮੈਂ ਆ ਕੇ ਕਰੂੰਗਾ। ਉਹ ਵਿੱਚੋਂ ਗੱਲ ਕਿਸੇ ਨੇ ਕਹਿੰਦਾ ਜੀ ਕੁਛ ਕਰੋ ਫਿਰ ਸਰਕਾਰ ਨੂੰ। ਉਹਦੇ ਆਪਣੇ ਕੋਲ ਐਮਐਲਏ ਦਾ 3 ਹੈ, 3 ਐਮਐਲਏ ਨਾਲ ਆਪਾਂ ਕੀ ਕਰਾਂਗੇ? ਜੇ ਕੋਈ 20-25 ਹੁੰਦੇ ਫਿਰ ਆਪਾਂ ਕੋਈ ਮਾੜਾ ਮੋਟਾ ਬੰਨ ਸੁਭ ਕਰਦੇ, ਕੋਈ ਕਹੀ ਕੁਹਾੜੀ ਕਰਦੇ ਤੇ ਉਹਦੇ ਨਾਲ ਆਪਾਂ ਸਰਕਾਰ ਡੇਗ ਲੈਂਦੇ, ਆਪਣੀ ਤਾਂ ਗੱਲ ਬਣਦੀ ਨਹੀਂ। ਇਹ ਗੱਲ ਹੁਣ ਇੱਕ ਚਿੱਟੇ ਦਿਨ ਵਾਂਗੂ ਸਪਸ਼ਟ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਦੇ ਵਿੱਚ ਜੇ ਆਪਾਂ ਦੇਖੀਏ, ਇਹਨਾਂ ਦੀ ਗਿਣਤੀ ਲਾ ਲਓ ਜੀ, ਕਾਂਗਰਸ ਕੋਲ ਹੈ ਜੀ 17 ਐਮਐਲਏ, ਇੱਕ ਮੇਰਾ ਖਿਆਲ ਇੰਡੀਪੈਂਡੈਂਟ ਆ, ਉਹ ਵੀ ਉਹਨਾਂ ਦੇ ਆਪਣੇ ਹੀ ਕਾਂਗਰਸ ਦਾ ਜੀ, 18 ਲਾ ਲਓ ਕੁੱਲ ਮਿਲਾ ਕੇ ਇੰਡੀਪੈਂਡੈਂਟ ਨੂੰ। ਅਕਾਲੀ ਦਲ ਕੋਲੇ ਹੈ 3 ਜੀ, ਤੇ ਬੀਜੇਪੀ ਕੋਲੇ ਹੈ 2 ਤੇ 92 ਹੈਗੇ ਹੈ ਆਮ ਆਦਮੀ ਪਾਰਟੀ ਵਾਲੇ ਕੋਲੇ ਜੀ। ਜੇ ਸਾਰੇ ਵੀ ਇਕੱਠੇ ਰਲ ਜਾਣ ਤੇ ਇਹਨਾਂ ਨੇ ਬੇਵਸਾਈ ਦਾ ਮਤਾ ਦੇਣਾ ਹੋਵੇ ਤਾਂ ਮੇਰੇ ਖਿਆਲ ਮੁਤਾਬਕ ਹੈ ਵੀ ਉਹ ਵੀ ਇਹਨਾਂ ਦੇ ਕੋਲੇ ਸ਼ਾਇਦ ਹੀ ਇਹਨਾਂ ਦੇ ਕੋਲੇ ਨੰਬਰ ਪੂਰੇ ਹੋਣ ਜੀ। ਕੱਲ ਵਿਧਾਨ ਸਭਾ ਦਾ ਜਿਹੜਾ ਆਖਰੀ ਦਿਨ ਸੀਗਾ, ਰਾਜਪਾਲ ਦੇ ਭਾਸ਼ਣ ਦੇ ਉੱਤੇ ਜਿਹੜਾ ਹੈਗਾ ਡਿਬੇਟ ਹੋਣੀ ਸੀਗੀ, ਬਹਿਸ ਹੋ ਰਹੀ ਸੀ ਪਿਛਲੇ ਦਿਨਾਂ ਤੋਂ। ਉੱਥੇ ਕਾਂਗਰਸ ਪਾਰਟੀ ਵਾਲੇ ਨੇ ਸਾਰੇ ਐਮਐਲਏ ਨੇ ਆਪੋ ਆਪਣੇ ਪੱਖ ਰੱਖਣੇ ਸੀ ਤੇ ਕੱਲ ਮੁੱਖ ਮੰਤਰੀ ਨੇ ਜਵਾਬ ਦੇਣੇ ਸੀ ਜੀ। ਵੈਸੇ ਪਰਸੋਂ ਹੀ ਜਿਹੜੀ ਹੈਗੀ ਹੈ ਥੋੜੀ ਜਿਹੀ ਤਲਖ ਕਲਾਮੀ ਹੋ ਗਈ ਸੀ, ਉਦੋਂ ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਕਾਫੀ ਗਰਮ ਹੋ ਗਏ ਸੀ, ਲੇਕਿਨ ਕੱਲ ਵਾਲੇ ਉਹਨਾਂ ਦੇ ਭਾਸ਼ਣ ਦੇ ਵਿੱਚ ਇਹ ਗੱਲ ਨਿਕਲੀ ਹੈ ਥੋੜੀ ਜਿਹੀ ਕਿ ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਨਹੀਂ, ਇਹ ਗੱਲ ਨਹੀਂ ਸੀ ਹੋਣੀ ਚਾਹੀਦੀ। ਉਦੋਂ ਉਹਨਾਂ ਨੇ ਕਹੀ ਹੈ, ਮੇਰੇ ਉਹ ਲਾਈਨ ਯਾਦ ਹੈ
ਕਿ ਅਸੀਂ ਕਈ ਵਾਰੀ ਕਹਿੰਦੇ ਵੀ ਜਿਹੜੀ ਹੈਗੇ ਜਿਹੜੇ ਅਸੀਂ ਵੀ ਗਲਤੀਆਂ ਫਲਤੀਆਂ ਹੋ ਜਾਂਦੀਆਂ ਹੁੰਦੀਆਂ ਤੇ ਜਿਹੜਾ ਬੰਦਾ ਕੰਮ ਕਰੂਗਾ ਜੀ ਗਲਤੀ ਉਸੇ ਤੋਂ ਹੀ ਹੋਊਗੀ ਨਾ। ਇਹ ਗੱਲ ਠੀਕ ਹੈ ਕਿ ਜਿਹੜਾ ਬੰਦਾ ਕੰਮ ਕਰੂਗਾ ਗਲਤੀ ਉਸੇ ਤੋਂ ਹੋਊਗੀ। ਜੇ ਕੰਮ ਕਰਨ ਵਾਲੇ ਬੰਦੇ ਨੂੰ ਬੰਦਾ ਠੀਕ ਨੀਅਤ ਨਾਲ ਕੰਮ ਕਰਦਾ ਹੈ ਤੇ ਆਪਾਂ ਉਹਦੇ ਮਗਰ ਦਗੜ ਕਰਕੇ ਪੈ ਜਾਈਏ ਤਾਂ ਫਿਰ ਬੰਦੇ ਨੂੰ ਦੁੱਖ ਹੁੰਦਾ ਤੇ ਉਦੋਂ ਕਈ ਵਾਰੀ ਉਹਦੇ ਤੋਂ ਕੋਈ ਕੌੜੇ ਕਸਾਲੇ ਸ਼ਬਦ ਵੀ ਨਿਕਲ ਜਾਂਦੇ। ਪਰ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੀ, ਆਪਾਂ ਸੁਧਾਰ ਦਾ ਯਤਨ ਕਰਾਂਗੇ ਜੀ। ਪਰ ਉੱਥੇ ਕਾਂਗਰਸ ਪਾਰਟੀ ਵਾਲੇ ਨੇ ਫੈਸਲਾ ਇਹ ਕਰ ਲਿਆ, ਕਹਿੰਦੇ ਜੀ ਸਾਨੂੰ ਤਾਂ ਚੋਰਾਂ ਵਾਂਗੂ ਕਹਿਤਾ, ਚੋਰ ਹੋ ਤੁਸੀਂ ਜੀ, ਤੇ ਅਸੀਂ ਤਾਂ ਜੀ ਵਿਧਾਨ ਸਭਾ ਚ ਉਦੋਂ ਆਉਂਦੇ ਹੀ ਨਹੀਂ, ਉਦੋਂ ਬਹਿੰਦੇ ਨਹੀਂ ਅਸੀਂ ਜਦੋਂ ਮੁੱਖ ਮੰਤਰੀ ਸਾਹਿਬ ਆ ਗਏ। ਅੱਛਾ ਜੀ, ਜੇ ਮੁੱਖ ਮੰਤਰੀ ਆਉਣਗੇ ਤੇ ਅਸੀਂ ਉੱਠ ਕੇ ਚਲੇ ਜਾਵਾਂਗੇ। ਉਂਝ ਕਹਿੰਦੇ ਜੀ ਅਸੀਂ ਸੈਸ਼ਨ ਦੇ ਵਿੱਚ ਵੀ ਭਾਗ ਲਵਾਂਗੇ, ਸਾਰਾ ਕੁਝ ਕਰਾਂਗੇ। ਇਹਨਾਂ ਨੇ ਕੱਲ ਕਹੀ, ਕੱਲ ਆ ਵੀ ਗਏ ਤੇ ਉਧਰੋਂ ਮੁੱਖ ਮੰਤਰੀ ਸਾਹਿਬ ਜੇ ਉੱਠੇ ਨਹੀਂ ਸੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਹਾਂ ਵੀ ਫਿਰ ਕੱਲ ਵਾਲੇ ਫੈਸਲੇ ਦਾ ਕੀ ਕੀਤਾ। ਫਿਰ ਗੱਲ ਤਾਂ ਬਿਆੰਗ ਚ ਤੱਕ ਭਗਵੰਤ ਮਾਨ ਦਾ ਟਿਕਣ ਨਹੀਂ ਦਿੰਦਾ, ਕੋਈ ਟਿਕਣ ਨਹੀਂ ਦਾ ਭਗਵੰਤ ਮਾਨ ਦਾ, ਕਹਿੰਦਾ ਵੀ ਤੁਸੀਂ ਫਿਰ ਬੈਠੇ ਹੋ। ਉਹਨਾਂ ਨੇ ਦੇਖਿਆ ਵੀ ਚੱਲੀ ਗਏ ਜੀ ਹੁਣ ਆਪਾਂ, ਫਿਰ ਉਹ ਕੱਲੇ ਕੱਲੇ ਜੇ ਕਰਕੇ ਜਿਵੇਂ ਵਹਿ ਕੇ ਤੁਰਦੇ ਹੁੰਦੇ ਆ ਜੀ, ਕਾਂਗਰਸੀ ਉੱਠ ਕੇ ਤੇ ਚਲੋ ਚਲੇ ਗਏ। ਰਹਿ ਗਿਆ ਇਕੱਲਾ ਸੁਖਪਾਲ ਖਹਿਰਾ ਜੀ। ਤੇ ਸੁਖਪਾਲ ਖਹਿਰੇ ਨੇ ਜਦੋਂ ਕਿਹਾ ਜੀ ਵੀ ਮੇਰਾ ਇੱਕ ਸਵਾਲ ਹੈ ਜੀ, ਮੈਨੂੰ ਸਪੀਕਰ ਸਾਹਿਬ ਟਾਈਮ ਦਿਓ, ਨਾਲ ਦੇ ਚਲੇ ਗਏ। ਤੇ ਭਗਵੰਤ ਮਾਨ ਜੀ ਨੇ ਫਿਰ ਕਹਿਤਾ ਸਪੀਕਰ ਸਾਹਿਬ ਨੂੰ, ਕਹਿੰਦੇ ਸਾਰੋਂ ਤਾਂ ਸਮਾਨ ਬੰਨੀ ਜਾਂਦਾ ਹੈ। ਤੇ ਇਹਨਾਂ ਨੇ ਫਿਰ ਕਹਿਤਾ ਆਪਣਾ ਸਪੀਕਰ ਸਾਹਿਬ ਨੇ ਵੀ ਪਹਿਲਾਂ ਤੁਸੀਂ ਸਾਡੇ ਨਾਲ ਇਹ ਵਾਅਦਾ ਕਰੋ ਵੀ ਜੇ ਤੁਹਾਨੂੰ ਟਾਈਮ ਦੇਤਾ ਤੇ ਬੈਠੋਗੇ ਨਾ, ਇਹ ਤਾਂ ਨਹੀਂ ਕਿਤੇ ਟਾਈਮ ਲੈ ਕੇ ਆਪਦੀ ਗੱਲ ਕਹਿ ਕੇ ਤੇ ਤੁਰ ਜਾਓ ਤੇ ਦੂਜਿਆਂ ਨੂੰ ਸੁਣੋ ਨਾ। ਇਹਦੇ ਤੇ ਸੁਖਪਾਲ ਸਿੰਘ ਖਹਿਰਾ ਵੀ ਕੱਚਾ ਜਾ ਹੋ ਗਿਆ ਵੀ ਹੁਣ ਕਰੀਏ ਕੀ, ਜੇ ਬਹਿਣਾ ਪੈ ਗਿਆ ਡਿਸਪਲਿਨ ਦੀ ਉਲੰਘਣਾ ਹੋਊਗੀ ਤੇ ਦੂਜਿਆਂ ਦੇ ਸਾਹਮਣੇ ਆਪਾਂ ਮਤਲਬ ਥੋੜਾ ਕੱਚੇ ਧੂਆਂ ਮਾਰਨਾ ਪਊਗਾ। ਤੇ ਚਲੋ ਆਪਾਂ ਛੱਡ ਦਿੰਦੇ ਆ, ਉਹ ਜੋ ਛੱਡ ਕੇ ਤੁਰ ਲਗੇ। ਤੇ ਫਿਰ ਭਗਵੰਤ ਮਾਨ ਨੇ ਫਿਰ ਟਿਚਰ ਕਰਤੀ, ਕਹਿੰਦੇ ਕਿਹੜੀ ਪਾਰਟੀ ਚ ਆਪਾਂ ਵੀ, ਨਾਲ ਦੇ ਤਾਂ ਗਏ ਸਾਰੇ ਵੀ ਹੁਣ ਪਾਰਟੀ ਕੋਈ ਹੋਰ ਹੈ, ਦਾ ਮਤਲਬ ਕਾਂਗਰਸ ਨੇ ਤਾਂ ਬਾਈਕਾਟ ਕੀਤਾ ਸੀ, ਮਤਲਬ ਕਾਂਗਰਸ ਪਾਰਟੀ ਭਜਾ ਤੇ ਮਤਲਬ ਉਹਨੇ ਆਪਦੀ ਗੱਲਬਾਤ ਸੀ ਭਜਾ ਤੇ। ਕਾਂਗਰਸ ਪਾਰਟੀ ਦੀ ਸਥਿਤੀ ਇਹ ਹੈ, ਜਿੰਨੀ ਤਿਆਰੀ ਹੋਣੀ ਚਾਹੀਦੀ ਸੀ ਉਹ ਨਹੀਂ ਸੀ। ਹਾਂ, ਕੱਲ ਰਾਜੇ ਵੜਿੰਗ ਦੀ ਜਿਹੜੀ ਗੱਲ ਇੱਕ ਚੰਗੀ ਹੈ, ਰਾਜੇ ਵੜਿੰਗ ਨੇ ਕੱਲ ਕੰਸਟਰਕਟਿਵ ਭਾਸ਼ਣ ਦਿੱਤਾ ਜੀ। ਉਹਨੇ ਜਿੱਥੇ ਚੰਗੀਆਂ ਗੱਲਾਂ ਸਰਕਾਰ ਕਰਦੀ ਹੈ ਉਹਦੀ ਹਮਾਇਤ ਕੀਤੀ ਹੈ ਵੀ ਜਿਹੜੀਆਂ ਤੁਸੀਂ ਚੰਗੀਆਂ ਗੱਲਾਂ ਕਰਦੇ ਹੋ ਅਸੀਂ ਥੋੜੀ ਹਮਾਇਤ ਕਰਦੇ ਹਾਂ ਜੀ। ਨਾਲ ਉਹਨੇ ਦੂਜੀ ਗੱਲ ਵੀ ਕਹਿਤੀ ਕਿ ਇੱਥੇ ਮਤਲਬ ਜਿਹੜੇ ਹੈਗੇ ਸੈਂਟਰ ਵਾਲੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੇ ਹੈ ਜੀ, ਤੇ ਧਿਆਨ ਰੱਖੋ ਤੇ ਨਾਲ ਅਸੀਂ ਭਾਈ ਰਾਸ਼ਟਰਪਤੀ ਰਾਜ ਦੇ ਲਾਗੂ ਕਰਨ ਦਾ ਵਿਰੋਧ ਕਰਾਂਗੇ, ਅਸੀਂ ਤੁਹਾਡੇ ਨਾਲ ਆ। ਉਹਨਾਂ ਨੇ ਭਾਵੇਂ ਕਹਿਤਾ ਪਰ ਉਹ ਕਹਿੰਦੇ ਹੁੰਦੇ ਨੇ ਵੀ ਆਪਣੇ ਧੁੱਦਨ ਭੁੱਲ ਗਈ ਸੱਸੇ ਮੇਰੀਆਂ ਕਰੇ ਤਕੜਾਈਆਂ। ਉਹ ਹੁਣ ਵੀ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜਾ ਹੈਗਾ ਰਾਜ, ਜਿਹੜਾ ਗਵਰਨਰੀ ਰਾਜ ਜਾਂ ਰਾਸ਼ਟਰਪਤੀ ਰਾਜ ਲੱਗਿਆ, ਕਿਹੜੀ ਹਕੂਮਤ 'ਚ ਲੱਗਿਆ, ਤੇ ਕਾਂਗਰਸ ਵੇਲੇ ਲੱਗਦਾ ਰਿਹਾ। ਬਿਲਕੁਲ, ਭਾਰਤੀ ਜਨਤਾ ਪਾਰਟੀ ਨੇ ਜਾਂ ਜਨਤਾ ਪਾਰਟੀ ਵਾਲੇ ਤਾਂ ਕਦੇ ਲਾਇਆ ਹੀ ਨਹੀਂ ਸੀ। ਇਹ ਸਾਰੇ ਦਾ ਸਾਰਾ ਉਦੋਂ ਹੀ ਲੱਗਦਾ ਰਿਹਾ ਜਦੋਂ ਬੀਬੀ ਇੰਦਰਾ ਗਾਂਧੀ ਹੁੰਦੀ ਸੀ, ਤੇ ਇੰਦਰਾ ਗਾਂਧੀ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ, ਤੇ ਫਿਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੀ ਦਾਨਿਆਲੀਆ ਸਾਹਿਬ ਬੜਾ ਲੰਬਾ ਸਮਾਂ ਜਿਹੜਾ ਆਪਾਂ ਰਾਸ਼ਟਰਪਤੀ ਰਾਜ ਦੇ ਵਿੱਚ ਰਹੇ, ਉਦੋਂ ਵੀ ਨਰਸਿਮਹਾ ਰਾਓ ਹੋਰਾਂ ਦੀ ਸਰਕਾਰ ਹੁੰਦੀ ਸੀ। ਖੈਰ ਉਹਨਾਂ ਨੇ ਆਪਦੀ ਗੱਲ ਕਹੀ, ਚੰਗੀ ਗੱਲ ਉਹਨਾਂ ਨੇ ਕਹੀ। ਇਹਨਾਂ ਨੇ ਜਿਹੜੇ ਹੈਗੇ ਆਪਣੇ ਬਾਜਵਾ ਸਾਹਿਬ ਮਿੱਠੇ ਆ ਬੋਲਣ 'ਚ ਤੇ ਤਰੀਕਾਕਾਰ ਵੀ ਹੈਗਾ ਜੀ, ਵੀ ਕਿਹੜਾ ਉਹ ਜਾਲ ਸਿੱਟ ਦਿਓ ਤੇ ਬੰਦੇ ਨੂੰ ਫਸਾ ਲਿਓ। ਪਰਸੋਂ ਵੀ ਜਿਹੜੀ ਭਗਵੰਤ ਮਾਨ ਹੋਰਾਂ ਵਾਸਤੇ ਜਾਲ ਉਹਨਾਂ ਨੇ ਵਿਛਾਤਾ ਸੀ। ਭਗਵੰਤ ਮਾਨ ਹੋਰਾਂ ਨੂੰ ਪਤਾ ਨਹੀਂ ਲੱਗਿਆ ਵੀ ਬੰਦਾ ਸ਼ਿਕਾਰੀ ਤਕੜਾ ਹੈ, ਕਿ ਮੈਨੂੰ ਇਹ ਮੇਰੇ ਆਪ ਮਤਲਬ ਵੀ ਸਟਰੈਂਥ ਦੇ ਨਾਲ ਤਾਂ ਨਹੀਂ ਆਪਾਂ ਨੂੰ ਕੁਝ ਕਰ ਸਕਦੇ, ਪਰ ਗੱਲਾਂ ਬਾਤਾਂ 'ਚ ਕੰਮ ਖਰਾਬ ਕਰਨਗੇ। ਤੇ ਉਹਨਾਂ ਨੇ ਉਹ ਅੰਦਾਜ਼ਾ ਨਹੀਂ ਲਾ ਸਕੇ ਤੇ ਉਹ ਸੱਚੀ ਮਿੱਚੀ ਪ੍ਰਵੋਕ ਹੋ ਕੇ ਕੁਝ ਗੱਲਾਂ ਨਿਕਲ ਗਈਆਂ। ਜਦੋਂ ਭਗਵੰਤ ਮਾਨ ਜੀ ਇਹ ਵੀ ਭੁੱਲ ਗਏ ਜੀ ਕਿ ਤੁਸੀਂ ਜਿਹੜੇ ਹੈਗੇ ਆ ਜੀ ਚੇਅਰ ਨੂੰ ਨਹੀਂ ਕੁਝ ਕਹਿ ਸਕਦੇ। ਬਾਰ-ਬਾਰ ਸਪੀਕਰ ਸਾਹਿਬ ਇਹ ਕਹਿ ਰਹੇ ਸੀ ਜੀ ਗੱਲ ਚੇਅਰ ਨੂੰ ਕਰੋ, ਗੱਲ ਚੇਅਰ ਨੂੰ ਕੀਤੀ ਜਾ ਸਕਦੀ ਹੈ, ਲੇਕਿਨ ਚੇਅਰ ਨੂੰ ਤੁਸੀਂ ਸੁਗੈਸਟ ਨਹੀਂ ਕਰ ਸਕਦੇ ਕਿ ਤੁਸੀਂ ਆਹ ਕਰੋ। ਜਦੋਂ ਪ੍ਰਤਾਪ ਸਿੰਘ ਬਾਜਵਾ ਬੋਲਦੇ ਸੀ ਉਦੋਂ ਨਾਲ ਦੀ ਨਾਲ ਸਪੀਕਰ ਸਾਹਿਬ ਨੂੰ ਕਿਹਾ, ਸਪੀਕਰ ਸਾਹਿਬ ਚੁੱਪ ਕਰਾਓ ਇਹਨਾਂ ਨੂੰ, ਇਹਨੂੰ ਬੰਦ ਕਰਾਓ ਜੀ, ਇਹਨਾਂ ਨੂੰ ਟਾਈਮ ਇਹਨਾਂ ਖਤਮ ਕਰੋ ਜੀ ਇਹਨਾਂ ਨੂੰ। ਇਹ ਹੁਣ ਮੁੱਖ ਮੰਤਰੀ ਸਪੀਕਰ ਨੂੰ ਚੇਅਰ ਉੱਤੇ ਇਹ ਨਹੀਂ ਕਹਿ ਸਕਦੇ, ਆਰਡਰ ਨਹੀਂ ਕਹਿ ਸਕਦੇ। ਇਹ ਗੱਲ ਜਿਹੜੀ ਹੈ ਨਾ, ਇਹ ਗੱਲ ਨਹੀਂ ਸੀ। ਚਲੋ ਖੈਰ ਉਹਨੇ ਕੀ ਕਰਾਏ, ਕੱਲ ਤਾਂ ਜੀ ਫਿਰ ਉਹਨੇ ਛਵੀ ਲਾਤੀ, ਕਿਉਂਕਿ ਜਿਹੜੇ ਮਾਮਲੇ 'ਚ ਭਗਵੰਤ ਮਾਨ ਪਵੇ ਅਲੀ ਕਰਕੇ ਤੇ ਸਾਰਾ ਕੁਝ ਪੈ ਜੇ। ਅਕਾਲੀ ਦਲ ਵਾਲੇ ਤਾਂ 3 ਸਿੰਘ ਸੀਗੇ ਜੀ, ਉਹ ਬੈਠੇ ਰਹੇ ਆਰਾਮ ਨਾਲ, ਤਾਰੀਫ ਵੀ ਕੀਤੀ, ਐਲੀ ਸਾਹਿਬ ਦਾ ਨਾਮ ਵੀ ਲਿਆ ਭਗਵੰਤ ਮਾਨ ਨੇ, ਵੀ ਬੈਠੇ ਆ ਜੀ ਐਲੀ ਸਾਹਿਬ, ਠੰਡੇ ਹੋ ਗਏ, ਠੰਡੇ ਜਿਹੇ ਹੋ ਕੇ। ਤੇ ਇਹਨਾਂ ਨੇ ਕੁਝ ਮਤੇ ਵੀ ਰੱਖੇ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਵੀ ਆਪਾਂ ਪਛਤਾਤਾਪ ਕਰ ਲਈਏ, ਜੋੜ ਦਈਏ ਕਿ ਸਾਨੂੰ ਅਫਸੋਸ ਹੈ ਜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਾਮਲਾ ਜਿਹੜਾ ਹੈਗਾ ਉਹ ਗਵਰਨਰ ਦੇ ਭਾਸ਼ਣ 'ਚ ਨਹੀਂ ਲਿਖ ਸਕੇ ਜੀ। ਇੱਕ ਹੋਰ ਸੀ ਜਿਹੜਾ ਉਹ SC ST ਜਿਹੜੇ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਉਹਦੇ ਵਿੱਚ ਜਿਹੜੇ ਲਾਅ ਅਫਸਰ ਰੱਖੇ ਵੀ, ਉਹ ਲਾਅ ਅਫਸਰ ਜਿਹੜੇ ਹੈਗੇ ਜੀ ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਹੈ ਕਿਸੇ ਕਿਸਮ ਦੀ। ਮਾਨ ਸਾਹਿਬ ਨੇ ਕਹਿਤਾ ਸੀ ਵੀ ਅਸੀਂ ਰਿਜ਼ਰਵੇਸ਼ਨ ਕਰਾਂਗੇ, ਉਹ ਕਹਿੰਦੇ ਜੀ ਉਹ ਸਾਡੇ ਜਿਹੜੇ ਹੈਗੇ ਉਹਦੇ ਬਾਰੇ ਵੀ ਆਪਾਂ ਕਹਿ ਦਈਏ ਵੀ ਭਾਈ ਅਸੀਂ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਹੋਇਆ।
ਇੱਕ ਉਹਨਾਂ ਨੇ ਹੋਰ ਗੱਲ ਕਹੀ ਸੀ ਵੀ ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਨਾਲ ਵੀ ਮੀਟਿੰਗਾਂ ਕਰਦੇ ਰਹੇ ਹੋ ਜੀ। ਗੁਜਰਾਤ ਦੀਆਂ ਚੋਣਾਂ ਵੇਲੇ ਵੀ ਤੁਸੀਂ ਜਾ ਕੇ ਉੱਥੇ ਭਾਸ਼ਣ ਕੀਤੇ ਹੈ, ਇੱਧਰ ਵੀ ਹਿਮਾਚਲ 'ਚ ਵੀ ਭਾਸ਼ਣ ਕੀਤੇ ਹੈ। ਤੁਸੀਂ ਕਹਿੰਦੇ ਸੀ ਕਿ ਅਸੀਂ ਇੱਥੇ ਜਿਹੜੀ ਹੈਗੀ ਆ ਉਹ ਓਲਡ ਪੈਨਸ਼ਨ ਸਕੀਮ ਜੀ ਉਹਨੂੰ ਬਹਾਲ ਕਰਾਂਗੇ। ਉਹ ਕਹਿੰਦੇ ਜੀ ਫਿਰ ਉਹ ਇਹ ਵੀ ਕਹਿ ਦੂ ਵੀ ਹੁਣ ਤੱਕ ਅਸੀਂ ਅਜੇ ਤੱਕ ਉਹਨੂੰ ਬਹਾਲ ਨਹੀਂ ਕਰ ਸਕੇ, ਥੋੜਾ ਜਿਹਾ ਸਾਨੂੰ ਅਫਸੋਸ ਆ। ਵੈਸੇ ਆਪਣੇ ਐਲਾਨ ਤਾਂ ਕੀਤਾ ਹੋਇਆ ਇੱਥੇ, ਜੀ ਜੀ, ਨੋਟੀਫਿਕੇਸ਼ਨ ਵੀ ਸ਼ਾਇਦ ਕਰਤਾ, ਲੇਕਿਨ ਉਹ ਹੂ ਬਹੂ ਜੇ ਲਾਗੂ ਹੋਣ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਹੈਗੀਆਂ। ਇਹ ਉਹਨਾਂ ਨੇ ਅਕਾਲੀ ਦਲ ਵਾਲਿਆਂ ਤੇ ਕੁਝ ਬੰਦਿਆਂ ਨੇ ਹੋਰ ਗੱਲ ਕੀਤੀ ਜੀ, ਲੇਕਿਨ ਉਹਨਾਂ ਨੇ ਕੋਈ ਬਹਿਸ ਬੂਸ ਨਹੀਂ ਕੀਤੀ, ਬੈਠੇ ਰਹੇ ਉਹ। ਪਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਮਲੂਕਾ ਸਾਹਿਬ, ਇਹ ਸਾਰੇ ਜੀ ਫਿਰ ਜਿਹੜੇ ਹੈਗੇ ਸੀ ਇਕੱਠੇ ਹੋ ਕੇ ਗਵਰਨਰ ਕੋਲੇ ਪਹੁੰਚ ਗਏ। ਗਵਰਨਰ ਸਾਹਿਬ ਨਾਲ ਜਾ ਕੇ ਕਹਿੰਦੇ ਦੇਖੋ ਜੀ ਇਹ ਮਾਨ ਸਰਕਾਰ ਹੈ ਜਿਹੜੀ ਹੋਗੀ ਬੇਕਾਰ, ਲਾ ਐਂਡ ਆਰਡਰ ਦੀ ਹਾਲਤ ਹੈ ਮਾੜੀ, ਤੇ ਤੁਸੀਂ ਜੀ ਇਹ ਸਰਕਾਰ ਨੂੰ ਜਿਹੜੀ ਆ ਬਰਖਾਸਤ ਕਰੋ, ਘਰੇ ਤੁਰਦਾ ਕਰੋ, ਇਹਨੂੰ ਤੁਰਦਾ ਕਰੋ। ਉਹਨਾਂ ਨੇ ਗੱਲ ਕਹਿਤੀ, ਉਹਨਾਂ ਨੇ ਪਤਾ ਨਹੀਂ ਗਵਰਨਰ ਸਾਹਿਬ ਤਾਂ ਹਾਂ ਕਰਦੇ ਹੁੰਦੇ ਆ, ਹੋਰ ਕੀ ਉਹ ਤਾਂ ਹੁਣ ਕੁਛ ਨਹੀਂ ਹੈ। ਉਹ ਆ ਗਏ ਤੇ ਨਾਲ ਹੀ ਫਿਰ ਮਗਰ ਕਾਂਗਰਸ ਵਾਲੇ ਚਲੇ ਗਏ ਜੀ, ਬਾਜਵਾ ਸਾਹਿਬ ਦੀ ਅਗਵਾਈ ਦੇ ਵਿੱਚ। ਉਹ ਕਹਿੰਦੇ ਜੀ ਅਸੀਂ ਵੀ ਆ ਗਏ। ਉਹ ਕਹਿੰਦੇ ਤੁਸੀਂ ਦੱਸੋ ਭਾਈ ਕਿਵੇਂ ਆਏ ਹੋ? ਕਹਿੰਦੇ ਦੇਖੋ ਜੀ ਕੰਮ ਬਹੁਤ ਖਰਾਬ ਹੋ ਰਿਹਾ ਜੀ, ਉਹ ਜਿਹੜੀ ਦਿੱਲੀ ਵਾਲੀ ਸ਼ਰਾਬ ਪਾਲਿਸੀ ਹੈ ਨਾ, ਉਹਦੀ ਪੜਤਾਲ ਤਾਂ CBI ਨੇ ਤੇ ED ਨੇ ਸ਼ੁਰੂ ਕਰਤੀ। ਉਹ ਕਹਿੰਦੇ ਜਿਹੜੀ ਉਹ ਸ਼ਰਾਬ ਪਾਲਿਸੀ ਹੈ, ਪੰਜਾਬ ਵਾਲੀ ਸ਼ਰਾਬ ਪਾਲਿਸੀ, ਉਹਦੀ ਕਾਰਬਨ ਕਾਪੀ ਹੈ, ਤੇ ਜਿਨ੍ਹਾਂ ਨੇ ਦਿੱਲੀ ਵਾਲੀ ਸ਼ਰਾਬ ਪਾਲਿਸੀ ਬਣਾਈ ਹੈ ਪੰਜਾਬ ਵਾਲੀ ਵੀ ਉਹਨਾਂ ਨੇ ਬਣਾਈ ਹੈ ਜੀ। ਇਸ ਵਾਸਤੇ ਜੀ ਤੁਸੀਂ ਉਹਦਾ ਜਿਹੜਾ ਹੈਗਾ ਦਾਇਰਾ ਵਧਾ ਕੇ ਇੱਥੋਂ ਤੱਕ ਲੈ ਆਓ, ਇਹ ਪੰਜਾਬ ਵਾਲਿਆਂ ਨੂੰ ਵੀ ਵਿੱਚੇ ਲਪੇਟ ਲਓ। ਉਹ ਕਿੰਨਾ ਉਹ ਦਾਨੇ ਵਾਲੀਆ ਸਾਹਿਬ ਆਮ ਤੌਰ ਤੇ ਆਪਣੇ ਕਹਿੰਦੇ ਨੇ ਡਿੱਗੀ ਗਧੇ ਤੋਂ ਗੁੱਸਾ ਘਮਿਆਰ ਤੇ ਬਈ ਹੁਣ ਭਾਈ ਜੇ ਤੁਹਾਡੇ ਕੋਲ ਸਟਰੈਂਥ ਘੱਟ ਹੈ, ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਜਾਂ ਤੁਹਾਡੇ ਉੱਤੇ ਭਗਵੰਤ ਮਾਨ ਪੈਰ ਨਹੀਂ ਲੱਗਣ ਦਾ, ਹਾਲਾਂਕਿ ਭਗਵੰਤ ਮਾਨ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਇਕੱਲੇ ਹੀ ਹੈ। ਭਗਵੰਤ ਮਾਨ ਇਕੱਲੇ ਹੀ ਆਪਣੇ ਆਪ ਦੇ ਵਿੱਚ ਜਿਹੜੀ ਗੱਲ ਕਰਦੇ ਆ, ਹੋਰ ਕੋਈ ਉਹਨਾਂ ਦੇ ਨਾਲ ਕੋਈ ਬਹੁਤਾ ਡਿਫੈਂਡ ਕਰਨ ਵਾਲਾ ਹੈ ਨਹੀਂ। ਕੱਲ ਥੋੜਾ ਆਪਾਂ ਦੇਖਿਆ ਜੀ ਵੀ ਕੱਲ ਜਿਹੜੇ ਹੈਗੇ ਆ ਤੁਹਾਡੇ ਕੁਲਦੀਪ ਸਿੰਘ ਧਾਲੀਵਾਲ, ਇਹ ਬੋਲੇ, ਪਹਿਲਾਂ ਤਾਂ ਇਕੱਲਾ ਹੀ ਰਹਿ ਗਿਆ ਸੀ ਜਮਾਂ। ਕੁਲਦੀਪ ਸਿੰਘ ਧਾਲੀਵਾਲ ਵੀ ਬੋਲੇ ਹੈ, ਫਿਰ ਤੁਹਾਡੇ ਉਹ ਆਪਣਾ ਕੀ ਹੈ ਐਜੂਕੇਸ਼ਨ ਮਿਨਿਸਟਰ ਵੀ ਬੋਲੇ ਹੈ, ਮੀਤ ਹੇਅਰ ਵੀ ਬੋਲੇ ਹੈ, ਇਹਨਾਂ ਨੇ ਬੋਲਿਆ। ਉਦੋਂ ਪਹਿਲਾਂ ਤਾਂ ਇਕੱਲਾ ਹੀ ਲੜ ਰਿਹਾ ਸੀ ਬੰਦਾ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਉਹ ਇਹ ਹੈ ਵੀ ਉਹ ਚਲੋ ਠੀਕ ਹੈ ਜੀ, ਕਹਿੰਦੇ ਵੀ ਹੁਣ ਵਿਧਾਨ ਸਭਾ 'ਚ ਤਾਂ ਕੁਛ ਨਹੀਂ ਹੋਇਆ, ਅਸੀਂ ਗਾਂਹ ਕਰ ਲਈਏ ਜੀ। ਸੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਤੋਂ। ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈਟ, ਜੜਾਊ ਸੈਟ, ਪੋਲਕੀ ਸੈਟ, ਹੀਰੇ ਜੜੇ ਸੈਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਬਾਈਨਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 0758 ਪਲੱਸ 91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 0758 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napa Quick Truck Lube, the one-stop shop. 5196220660 ਜਾਂ quicktrucklube.com. QTL, because we care. Quick Truck Lube. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਤੇ ਢਿੱਲੋਂ ਸਾਹਿਬ ਹੁਣ ਦਿੱਲੀ ਨੂੰ ਰੁਕ ਕਰੀਏ ਕਿਉਂਕਿ ਦਿੱਲੀ ਦੀ ਗੱਲ ਤੁਸੀਂ ਛੇੜੀ ਹੈ। ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿੰਦੇ ਦਿੱਲੀ ਵਰਗੀ ਐਕਸਾਈਜ਼ ਪਾਲਿਸੀ ਦੇ ਉੱਤੇ ਜੇ ਉੱਥੇ ਹੋ ਸਕਦਾ ਤਾਂ ਪੰਜਾਬ 'ਚ ਵੀ ਕਰੋ। ਹੁਣ ਉੱਥੇ ਸਿਸੋਦੀਆ ਨੂੰ ਕਹਿੰਦੇ ਬਾਹਰ ਤੱਕ ਹੀ ਜੇਲ੍ਹ 'ਚ ਹੀ ਢਾਈ ਜਾਂਦੀ ਹੈ ਜਿਹੜੀ। ਬਿਲਕੁਲ, ਪਹਿਲਾਂ ਮੇਰਾ ਖਿਆਲ ਹੈ ਵੀ ਸਿਸੋਦੀਆ ਸਾਹਿਬ ਔਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇਹ ਉਮੀਦ ਸੀ ਕਿ ਸਿਸੋਦੀਆ ਸਾਹਿਬ ਦਾ ਛੁਟਕਾਰਾ ਜਲਦੀ ਹੋ ਜਾਵੇ। ਇਹੀ ਕਾਰਨ ਹੈ ਕਿ ਜਦੋਂ ਸਿਸੋਦੀਆ ਹੋਰਾਂ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਤੋਂ ਫੌਰਨ ਬਾਅਦ ਜੀ ਇਮੀਡੀਏਟ ਉਹਨਾਂ ਨੇ ਸੁਪਰੀਮ ਕੋਰਟ ਜਾ ਦਸਤਕ ਦਿੱਤੀ ਸੀ ਕਿ ਜੀ ਇਮੀਡੀਏਟ ਸਾਨੂੰ ਰਿਲੀਫ ਦਿੱਤੀ ਜਾਵੇ, ਇਹ ਕੇਸ ਗਲਤ ਬਣਾਇਆ ਵਗੈਰਾ ਵਗੈਰਾ, ਜ਼ਮਾਨਤ ਵਗੈਰਾ ਦੇ ਵਾਸਤੇ। ਉਹ ਤੁਰੰਤ ਉਹਨਾਂ ਨੇ ਸੁਣਵਾਈ ਵਾਸਤੇ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਜਿਹੜੀ ਹੈ ਜੀ ਉਹ ਦਰਜ ਕਰ ਲਈ ਸੀ। ਪਟੀਸ਼ਨ ਦਰਜ ਕਰਨ ਤੋਂ ਬਾਅਦ ਜਦੋਂ ਅਗਲੇ ਦਿਨ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਕੋਰੀ ਨਾ ਕਰਤੀ ਜੀ। ਉਹਨਾਂ ਨੇ ਕਿਹਾ ਤੁਸੀਂ ਲੋਅਰ ਕੋਰਟ 'ਚ ਨਹੀਂ ਗਏ, ਤੁਸੀਂ ਹੇਠਾਂ ਜਾਓ, ਇਹ ਪ੍ਰੋਟੋਕੋਲ ਠੀਕ ਨਹੀਂ ਕਿ ਸਿੱਧੇ ਹੀ ਸੁਪਰੀਮ ਕੋਰਟ 'ਚ ਜੀ, ਇਹ ਗੱਲ ਠੀਕ ਨਹੀਂ ਤੇ ਜਾਓ। ਉੱਥੋਂ ਦੀ ਇਹਨਾਂ ਦੀ ਪਟੀਸ਼ਨ ਜਿਹੜੀ ਹੈਗੀ ਉਹ ਰੱਦ ਹੋ ਗਈ ਤੇ ਇਹ ਆ ਗਏ ਨੀਚੇ ਆ ਕੇ। ਪਹਿਲਾਂ ਇਹਨੂੰ ਲੱਗਦਾ ਸੀ ਕਿ ਸ਼ਾਇਦ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣ, ਪਰ ਉਹਨਾਂ ਨੇ ਦਿੱਲੀ ਹਾਈ ਕੋਰਟ ਦੀ ਬਜਾਏ ਜਿਹੜੀ ਦਿੱਲੀ ਦੀ ਹੇਠਲੀ ਕੋਰਟ ਹੈ ਸੈਸ਼ਨ ਕੋਰਟ, ਉੱਥੇ ਐਪਲੀਕੇਸ਼ਨ ਪਾਤੀ। ਉਸ ਐਪਲੀਕੇਸ਼ਨ ਦੇ ਉੱਤੇ ਹੁਣ 10 ਤਾਰੀਖ ਨੂੰ ਜਿਹੜੀ ਹੈਗੀ ਹੈ ਸੁਣਵਾਈ ਹੋਣੀ ਹੈ ਤੇ ਇਹਨਾਂ ਵੱਲੋਂ ਇਹ ਉਮੀਦ ਜ਼ਾਹਰ ਕੀਤੀ ਜਾ ਰਹੀ ਸੀ ਕਿ ਸ਼ਾਇਦ 10 ਤਾਰੀਖ ਨੂੰ ਕੋਈ ਨਾ ਕੋਈ ਰਿਲੀਫ ਮਿਲ ਜੇ। ਲੇਕਿਨ ਅਰਵਿੰਦ ਕੇਜਰੀਵਾਲ ਹੋਰੀ ਬਹੁਤ ਇੰਟੈਲੀਜੈਂਟ ਹੈ। ਉਹਨਾਂ ਨੂੰ ਸਤਿੰਦਰ ਜੈਨ ਦਾ ਤਜਰਬਾ ਸੀ ਕਿ ਸਤਿੰਦਰ ਜੈਨ ਦੇ ਖਿਲਾਫ ਵੀ ਜਿਹੜੇ ਹੈਗੇ ਕੇਸ ਕੁਛ ਇਹੋ ਜਿਹੀ ਹੈ, ਕਿਉਂਕਿ ਅਜੇ ਤੱਕ ਜਿਹੜੀ ਹੈ ਸਿਰਫ ਤੇ ਸਿਰਫ CBI ਨੇ ਕੇਸ ਦਰਜ ਕੀਤਾ ਸੀ ਜੀ, ED ਐਕਟਿਵ ਨਹੀਂ ਸੀ ਹੋਈ। ਕਿਉਂਕਿ ਅਰਵਿੰਦ ਕੇਜਰੀਵਾਲ ਹੋਰੀ ਆਪ ਜਿਹੜੇ ਹੈਗੇ ਹੈ ਇਨਕਮ ਟੈਕਸ ਅਧਿਕਾਰੀ ਰਹੇ, IRS ਹੈ, ਇੰਡੀਅਨ ਰੈਵਨਿਊ ਸਰਵਿਸ ਦੇ ਅਧਿਕਾਰੀ। ਉਹਨਾਂ ਨੂੰ ਪਤਾ ਹੈ ਕਿ ED ਦੇ ਜਿਹੜੇ ਕਾਇਦੇ ਕਾਨੂੰਨ ਹੈ ਨਾ, ਜਿਹੜੇ ਹੁਣ ਕਾਨੂੰਨ ਹੈ, ਜੇ ED ਕਿਸੇ ਬੰਦੇ ਨੂੰ ਹੱਥ ਪਾ ਲੇ ਤੇ ਉਹ ਬੜੇ ਸਖਤ ਹੈ ਜੀ। CBI 'ਚੋਂ ਛੇਤੀ ਕੀਤੇ ਜ਼ਮਾਨਤ ਹੁੰਦੀ ਹੈ ਤੇ ਉਧਰ ਜ਼ਮਾਨਤ ਨਹੀਂ ਹੁੰਦੀ। ਇਹ ਮੇਰੇ ਖਿਆਲ ਮੁਤਾਬਕ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਨੇ ਕੁਛ ਤਾਂ ਸਖਤੀ ਕੀਤੀ ਸੀ। ਬਾਅਦ ਦੇ ਵਿੱਚ ਸ਼ਾਇਦ 2018 ਦੇ ਵਿੱਚ ਜੀ ਕੇਜਰੀਵਾਲ ਇਹਨਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਨੇ ਵੀ ਥੋੜ੍ਹੀਆਂ ਜਿਹੇ ਪਾਵਰਾਂ ਟਾਈਟ ਕਰਤੀਆਂ ਸੀ, ਤਕੜੀਆਂ ਪਾਵਰਾਂ ਦਿੱਤੀਆਂ ED ਨੂੰ। ਔਰ ED ਦੇ ਜਿਹੜੇ ਚੀਫ ਹੈ ਇਸ ਵੇਲੇ, ਉਹਨਾਂ ਦਾ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੋਇਆ, ਕਿਉਂਕਿ ਉਹਨਾਂ ਨੂੰ ਲਗਾਤਾਰ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ। ਮੇਰੇ ਖਿਆਲ 3-4 ਵਾਰੀ ਐਕਸਟੈਂਸ਼ਨ ਦੇ ਦਿੱਤੀ ਵਗੈਰਾ ਵਗੈਰਾ। ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਹਨਾਂ ਦੇ ਅਸਤੀਫੇ ਹੈ ਜਿਹੜੇ ਉਹਨਾਂ ਦੇ ਉਹ ਲੈ ਲਏ ਜੀ। ਅਸਤੀਫੇ ਲੈ ਕੇ ਉਹ ਲੈਫਟੀਨੈਂਟ ਗਵਰਨਰ ਨੂੰ ਭੇਜਦੇ ਸੀ ਤੇ ਨਾਲ ਹੀ 2 ਨਵੇਂ ਨਾਮ ਵੀ ਭੇਜਦੇ ਸੀ ਕਿ ਆਹ ਬੰਦੇ ਜਿਹੜੇ ਹੈ ਜੀ ਅਸੀਂ ਇਹਨਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਹਾਂ। ਆਤਸ਼ੀ ਜੀ ਲੜਕੀ ਹੈ ਤੇ ਨਾਲ ਇੱਕ ਜਿਹੜਾ ਹੈਗਾ ਸੌਰਵ ਭਾਰਦਵਾਜ ਜੀ। ਉਹਨਾਂ ਨੇ ਲੈਫਟੀਨੈਂਟ ਗਵਰਨਰ ਨੇ ਰਾਸ਼ਟਰਪਤੀ ਕੋਲ ਭੇਜਤੇ ਤੇ ਰਾਸ਼ਟਰਪਤੀ ਨੇ ਉਹਨਾਂ ਦੇ ਅਸਤੀਫੇ ਵੀ ਪ੍ਰਵਾਨ ਕਰ ਲਏ। ਮੇਰੇ ਖਿਆਲ ਮੁਤਾਬਕ ਸ਼ਾਇਦ ਬੇਚੈਨੀ ਵੀ ਹੈ ਆਮ ਆਦਮੀ ਪਾਰਟੀ ਦੇ ਕਾਡਰ ਦੇ ਵਿੱਚ ਵੀ, ਕਿਉਂਕਿ ਕੇਜਰੀਵਾਲ ਹੋਣੀ ਜੀ ਪਰ ਮੁੱਖ ਮੰਤਰੀ ਦਾ ਜ਼ਰੂਰ ਹੈ, ਪਰ ਖਾ ਵੀ ਲੈਂਦੇ ਆ, ਕੰਮ ਕੋਈ ਨਹੀਂ ਕਰਦੇ ਨਾ ਜਮਾ। ਬਸ ਕੰਮ ਉਹਨਾਂ ਦੇ ਕੋਲ ਜਿਹੜਾ ਕੰਮ ਹੈ ਉਹ ਕੰਮ ਹੈਗਾ ਜਿਹੜਾ ਹੈਗਾ ਕਾਬੂ ਕਰਨਾ ਸਿੰਘ ਉਹਨਾਂ ਨੂੰ, ਬਸ ਜਿਹਨੂੰ ਕਹ ਪਟਾ ਪਾ ਕੇ ਕਾਬੂ ਕਰਕੇ ਰੱਖਣੇ ਬੰਦੇ। ਹਾਂ, ਕਿਉਂਕਿ ਉਹਨਾਂ ਦੇ ਕੋਲ ਤਾਂ ਮਹਿਕਮਾ ਹੀ ਨਹੀਂ ਕੋਈ। ਮਹਿਕਮੇ ਤੋਂ ਬਗੈਰ ਬੰਦਾ ਕੰਮ ਕਰੂਗਾ ਤੇ ਕਿਹੜੇ ਕਰੂਗਾ? ਹੁਣ ਭਗਵੰਤ ਮਾਨ ਹੋਰਾਂ ਦੇ ਕੋਲ ਕਈ ਮਹਿਕਮੇ, ਕਿੰਨੇ ਮਹਿਕਮੇ ਦੀਆਂ ਫਾਈਲਾਂ ਦੇਖਣੀਆਂ ਪੈਂਦੀਆਂ। ਮੇਰੇ ਖਿਆਲ ਮੁਤਾਬਕ ਸ਼ਾਇਦ ਕੋਈ ਅੰਦਰ ਖਾਤੇ ਗੱਲ ਹੋ ਗਈ ਹੋਵੇ ਤੇ ਕੁਛ ਨਾ ਕੁਛ, ਤੇ ਇਹੀ ਕਾਰਨ ਹੈ ਜੀ ਕਿ ਕੱਲ ਉਹਨਾਂ ਨੇ ਫਿਰ ਇੱਕ ਵੀਡੀਓ ਪਾਈ ਕੇਜਰੀਵਾਲ ਹੋਰਾਂ ਨੇ ਵੀ। ਗੱਲ ਦੇਖੋ ਜੀ, ਬਹੁਤ ਮਾੜੀ ਹੋ ਰਹੀ ਹੈ ਜੀ। ਮੈਨੂੰ ਬੜਾ ਅਫਸੋਸ ਹੈ ਕਿ ਮੇਰੇ ਬਹੁਤ ਹੀ ਕਾਬਲ ਮਿੱਤਰ ਜਿਹੜੇ ਆਪਣੇ ਸਤਿੰਦਰ ਜੈਨ ਹੋਰੀ ਹੈ ਜੀ, ਸਤਿੰਦਰ ਜੈਨ ਨੂੰ ਤਾਂ ਉਹਨਾਂ ਨੇ ਭਗਤ ਸਿੰਘ ਦਾ ਰੁਤਬਾ ਦਿੱਤਾ ਸੀ ਨਾ ਕਰੀ, ਇਹ ਭਗਤ ਸਿੰਘ ਹੈ। ਉਹਨਾਂ ਨੇ ਕਹਿੰਦੇ ਜੀ ਹਸਪਤਾਲਾਂ ਦਾ ਕਾਇਆ ਕਲਪ ਕਰਤਾ, ਉਹ ਹੈਲਥ ਮਿਨਿਸਟਰ ਵੀ ਸੀ ਜੀ। ਤੇ ਜਿਹੜੇ
ਕਿ ਸਿਸੋਦੀਆ ਸਾਹਿਬ ਇਹਨਾਂ ਨੇ ਕਹਿੰਦੇ ਜੀ ਬਿਲਕੁਲ ਐਜੂਕੇਸ਼ਨ ਦੇ ਵਿੱਚ ਇਨਕਲਾਬ ਲੈ ਜਾਂਦਾ ਹੈ। IAS ਅਫਸਰਾਂ ਦੇ ਤੇ ਰਿਕਸ਼ਾ ਵਾਲੇ ਦੇ ਜਵਾ ਕੇ ਇੱਕ ਜਗ੍ਹਾ ਤੇ ਇੱਕ ਜਗ੍ਹਾ ਤੇ ਬਿਠਾਤੇ। ਕਹਿੰਦੇ ਜੀ ਤਾਂ ਬਹੁਤ ਵਧੀਆ ਗੱਲ ਹੈ। ਤੇ ਇਹਨਾਂ ਨੂੰ ਕਹਿੰਦੇ ਤੁਸੀਂ ਦੇਖੋ ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਸਰਕਾਰਾਂ ਫੜ ਕੇ ਅੰਦਰ ਸੁੱਟੀ ਜਾਂਦੀਆਂ ਤੇ ਫਿਰ ਕੋਈ ਜਦੋਜਹਿਦ ਕਰਾਂਗੇ ਆਪਾਂ ਕੁਛ। ਇਹਦੀ ਬਜਾਏ ਉਹਨਾਂ ਨੇ ਕਿਹਾ ਜੀ ਹੋਲੀ ਵਾਲੇ ਦਿਨ ਜੀ ਮੈਂ ਪੂਜਾ ਕਰੂੰਗਾ। ਅੱਛਾ, ਉਹ ਦਿਨ ਮੈਂ ਮਤਲਬ ਜਿਹੜਾ ਇੱਕ ਇਹਨੂੰ ਹੋਲੀ ਦਹਨ ਪਤਾ ਦਹਨ ਕਹਿੰਦੇ, ਹਾਂ। ਉਹ ਦਿਨ ਕਹਿੰਦੇ ਮੈਂ ਪੂਜਾ ਪਾਠ ਕਰੂੰ। ਹੁਣ ਉਹ ਤਾਂ ਪੂਜਾ ਪਾਠ ਦੇ ਵਿੱਚ ਲੱਗੇ। ਨਾਲ ਹੀ ਦਾਨੇਲੀਆ ਸਾਹਿਬ ਹੋਇਆ ਹੈ ਕਿ CBI ਨੇ ਗ੍ਰਿਫਤਾਰ ਕੀਤਾ ਹੋਇਆ ਸਿਸੋਦੀਆ ਸਾਹਿਬ ਨੂੰ ਜੀ, ਤੇ ED ਵਾਲੇ ਵੀ ਕੋਰਟ ਪਹੁੰਚ ਗਏ। ਅੱਛਾ, ਉਹਨਾਂ ਨੇ ED ਵਾਲੇ ਨੇ ਜਾ ਕੇ ਉੱਥੇ ਇੱਕ ਐਪਲੀਕੇਸ਼ਨ ਦਿੱਤੀ। ਕਹਿੰਦੇ ਜੀ ਅਸੀਂ ਪੁੱਛਗਿੱਛ ਕਰਨੀ ਹੈ ਸਿਸੋਦੀਆ ਸਾਹਿਬ ਤੋਂ ਤੇ ਸਾਨੂੰ ਇਜਾਜ਼ਤ ਦਿਓ ਜੀ। ਅਦਾਲਤ ਨੇ ਉਹਨਾਂ ਨੂੰ ਦਿੱਤੀ ਜੀ ਇਜਾਜ਼ਤ ਵੀ ਜਾਓ ਭਾਈ ਵੀ ਪੁੱਛ ਲਓ। ਤੁਸੀਂ ਜੇਲ੍ਹ 'ਚ ਪੁੱਛਗਿੱਛ ਕਰ ਲਓ 3 ਦਿਨਾਂ ਲਈ। ਹੁਣ ਉਹ 3 ਦਿਨ ਲਗਾਤਾਰ ਪੁੱਛਗਿੱਛ ਕਰਨਗੇ ਜੀ। ਕੱਲ ਕੀਤੀ ਹੈ, ਅੱਜ ਸ਼ਾਇਦ ਹੋਲੀ ਕਰਕੇ ਕੋਈ ਟਾਲਾ ਵੱਟ ਕੇ ਹੁਣ, ਪਰ ਕਿਹਨੇ ਵੱਟਣ ਦੇਣਾ? ਨਾ ਤਾਲਾ ਨਹੀਂ ਨਾ। ਉੱਪਰ ਡਾਢੇ ਬੈਠੇ ਆ ਕਿਉਂਕਿ ਉਧਰ ਅਮਿਤ ਸ਼ਾਹ ਤੇ ਮੋਦੀ ਹੁਣੀ ਵੀ ਬੈਠੇ ਵੀ ਭਾਈ ਛੇਤੀ ਕਰੋ। ਤੇ ਮੇਰੇ ਖਿਆਲ ਮੁਤਾਬਕ ਕੱਲ ਨੂੰ ਫੇਰ ਕਰਨਗੇ। 3 ਦਿਨਾਂ ਦੀ ਪੁੱਛਗਿੱਛ ਇਹ ਹੋਣੀ ਹੈ ਜੀ। ਇਹਦੇ 'ਚ ਦਾਨੇਲੀਆ ਸਾਹਿਬ ਇਹ ਕਹਿੰਦੇ ਕਿ ਜੇ ED ਵਾਲਿਆਂ ਨੂੰ ਇਹ ਹੋ ਜੇ ਕਿ ਹਾਂ ਇਹ ਬੰਦੇ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਬਣਦਾ ਹੈ ਤਾਂ ਫਿਰ ਉਹ ਨਾਲ ਦੀ ਨਾਲ ਹੀ ਉਸ ਬੰਦੇ ਨੂੰ ਕਾਬੂ ਕਰ ਲੈਂਦੇ। ਆ ਜਾ ਭਾਈ। ਉਹਦੇ 'ਚ ਫਿਰ ਉਹ ਜ਼ਮਾਨਤ ਜਿਹੜੀ ਹੈ ਬੜੀ ਔਖੀ ਆ। ਆਪਾਂ ਦੇਖਿਆ ਕਿੰਨੇ ਬੰਦੇ ਜਿਹੜੇ ਹੈਗੇ ਆ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੀਆਂ ਜ਼ਮਾਨਤਾਂ ਹੁੰਦੀਆਂ। ਨਾਲ ਇੱਕ ਬੁਰੀ ਖਬਰ ਹੋਰ ਆ ਗਈ ਜੀ ਕਿ ਸਿਸੋਦੀਆ ਸਾਹਿਬ ਦਾ ਜਿਹੜਾ ਇੱਕ PA ਸੀ ਉਹਨੂੰ ਵੀ ਕਰ ਲਿਆ। CBI ਨੇ ਲੈ ਲਿਆ ਆਪਦੇ। ਕਹਿੰਦੇ ਫੋਨ ਵੀ ਬੜੇ ਮਿਲੇ ਬੁਲੇ ਆ, ਕਹਿੰਦੇ ਫੋਨ ਵੀ ਮਿਲੇ ਹੋਣਗੇ। ਉਹ ਬਸ ਉਹਦੀ ਕਰ ਲਈ। ਦੂਜੇ ਪਾਸੇ ਦੱਖਣੀ ਭਾਰਤ ਦਾ ਸ਼ਰਾਬ ਦਾ ਇੱਕ ਕਾਰੋਬਾਰੀ ਹੈ, ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜੀ। ਮਤਲਬ ਕੁੱਲ ਮਿਲਾ ਕੇ ਲੱਗਦਾ ਤਾਂ ਇਹ ਸੀ ਕੇਜਰੀਵਾਲ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਵਰਕਰਾਂ ਨੂੰ ਕਿ ਸਿਸੋਦੀਆ ਸਾਹਿਬ ਛੇਤੀ ਆ ਜਾਣਗੇ। ਲੇਕਿਨ ਜਿਵੇਂ ਸਾਰੇ ਪਾਸੇ ਤੋਂ ਘੇਰਾ ਪਾਇਆ ਜਾ ਰਿਹਾ ਹੈ ਉਹਦੇ ਤੋਂ ਲੱਗਦਾ ਨਹੀਂ ਕਿ ਉਹ ਜਲਦੀ ਆ ਜਾਣਗੇ। ਤੇ ਜੇ ਆਪਾਂ ਇਹ ਦੇਖੀਏ ਜਿਹੜੀ ਉੱਥੋਂ ਦੀ ਫਰਸਟ੍ਰੇਸ਼ਨ ਹੈ ਮੇਰਾ ਖਿਆਲ ਉਹ ਪੰਜਾਬ ਦੇ ਵਿੱਚ ਵੀ ਦਿਖਦੀ ਹੈ। ਜਿਹੜੀ ਪੰਜਾਬ ਦੇ ਵਿੱਚ ਮਾਨ ਸਾਹਿਬ ਜਦੋਂ ਲਲਕਾਰੇ ਮਾਰ ਕੇ ਕਹਿੰਦੇ ਆ ਵੀ ਮੈਂ ਨਹੀਂ ਛੱਡੂਗਾ ਕਿਸੇ ਨੂੰ। ਅਸੀਂ ਸਾਡਾ ਨਿਸ਼ਾਨ ਝਾੜੂ ਹੈ। ਅਸੀਂ ਘਰੇ ਵੀ ਝਾੜੂ ਫੇਰਦੇ ਹਾਂ, ਮਾਂਜਾ ਫੇਰਾਂਗੇ। ਹਾਂ ਮਾਂਜਾ ਫੇਰਾਂਗੇ। ਆਪਣੇ ਮਾਲਵੇ ਵਾਲੇ ਤਾਂ ਪਿੰਡਾਂ 'ਚ ਜਦੋਂ ਖੜਮੀ ਬੁੱਕ ਕਰਨਾ ਮਾਂਜਾ ਫੇਰਦੇ ਨੇ ਵੀ ਪਾੜਿਆਂ 'ਚੋਂ ਰੜਾ ਮੈਦਾਨ। ਹਾਂ ਰੜਾ ਮੈਦਾਨ ਕੱਢ ਦਿੰਦੇ। ਹਾਂ ਉਹ ਰੜਾ ਖਰਚਾ ਨਹੀਂ ਰਹਿਣ ਦਿੰਦਾ ਕੋਈ। ਖਰਚਾ ਨਹੀਂ ਰਹਿਣ ਦਿੰਦਾ। ਉਹ ਮਾਂਜੇ ਵਾਲੀ ਗੱਲ ਹੈ। ਉਹ ਕਹਿੰਦੇ ਵੀ ਨਹੀਂ। ਤੇ ਕਾਂਗਰਸੀਆਂ ਵੱਲ ਵੀ ਉਹਨਾਂ ਨੇ ਇਸ਼ਾਰਾ ਜਿਹਾ ਕਰਕੇ ਬੇਫਿਕਰ ਹੋ ਕਿ ਤੁਸੀਂ ਤੁਹਾਡਾ ਸਭ ਦਾ ਜਿਹੜਾ ਕੀ ਬਣੀ ਜਾਂਦਾ ਹੈ। ਤੇ ਕੱਲ ਤਾਂ ਫਿਰ ਉਹਨਾਂ ਨੇ ਦੂਜਾ ਵੀ ਕਿਹਾ ਨਾ, ਕਹਿੰਦੇ ਜੀ ਉਹ ਤੁਹਾਡੇ ਜਿਹੜੇ ਹੈਗੇ ਉੱਥੋਂ ਵਾਲੇ ਆਪਣੇ ਕੀ ਹੋਇਆ ਸੁੰਦਰ ਸ਼ਾਮ ਅਰੋੜਾ। ਸੁੰਦਰ ਸ਼ਾਮ ਅਰੋੜੇ ਦੇ ਘਰੇ ਤਾਂ ਕਹਿੰਦੇ ਜੀ ਮਸ਼ੀਨ ਵੀ ਮਿਲ ਗਈ ਜੀ, ਨੋਟ ਕਰਨ ਵਾਲੀ। ਉਹ ਕਹਿੰਦੇ ਵੀ ਮੈਨੂੰ ਪੱਕਾ ਪਤਾ ਹੈ ਵੀ ਘਰਦਿਆਂ ਨੇ ਕਹਿਣਾ ਵੀ ਸਾਥੋਂ ਨਹੀਂ ਆ ਕੰਜਰਖਾਨਾ ਗਿਣਿਆ ਨਹੀਂ ਜਾਂਦਾ। ਕਿੱਧਰੋਂ ਅਸੀਂ ਕਰਨਾ ਵੀ ਤੁਸੀਂ ਇਹਨੂੰ ਨਾ ਕਿਰਪਾ ਕਰਕੇ ਵੀ ਤੂੰ ਭਾਈ ਆਪਦੀ ਮਸ਼ੀਨ ਹੀ ਲੈ ਆ। ਮਸ਼ੀਨ ਨਾਲ ਗਿਣਿਆ ਕਰ, ਹੁਣ ਹੱਥਾਂ ਨਾਲ ਹੀ ਗਿਣੇ। ਨੋਟ ਹੀ ਇਹਨੇ ਆਉਣੇ ਸ਼ੁਰੂ ਹੋ ਗਏ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਜਿਹੜੇ ਢੰਗ ਦੇ ਨਾਲ ਸਿਸੋਦੀਆ ਸਾਹਿਬ ਨੂੰ ਘੇਰਾ ਪਿਆ ਵੈ ਉਹਨਾਂ ਦਾ ਛੇਤੀ ਬਾਹਰ ਆਉਣਾ ਮੁਸ਼ਕਲ ਹੈ। ਪਾਰਟੀ 'ਚ ਵੀ ਢਿੱਲੋਂ ਸਾਹਿਬ ਮੈਨੂੰ ਲੱਗਦਾ ਕੋਈ ਬਹੁਤੇ ਸਿਸੋਦੀਆ ਦੇ ਅੰਦਰ ਜਾਣ ਨਾਲ ਤੇ ਇੱਥੇ ਹੁਣ ਪਾਰਟੀ ਦਾ ਕੋਈ ਸਟਰਕਚਰ ਤਾਂ ਹੈ ਨਹੀਂ। ਆਲ ਇਨ ਡਿਕਟੇਟਰ ਹੈ ਇੱਕ ਤਰ੍ਹਾਂ ਕਿ ਡਿਕਟੇਟਰ ਹੈ ਆਪਣਾ ਕੇਜਰੀਵਾਲ। ਹਾਂਜੀ ਤੇ ਕੇਜਰੀਵਾਲ ਦੇ ਹੁਣ ਤੁਸੀਂ ਸਮਝੋ ਵੀ ਜੇ ਪਾਰਟੀ ਦਾ ਸਟਰਕਚਰ ਹੋਵੇ, ਹੇਠਲੇ ਲੈਵਲ ਤੇ ਹੋਣ, ਪ੍ਰਧਾਨ ਹੋਣ, ਜ਼ਿਲ੍ਹਾ ਪ੍ਰਧਾਨ ਹੋਣ, ਸੂਬਾ ਪ੍ਰਧਾਨ ਹੋਣ, ਸੈਕਟਰੀ ਹੋਣ, ਸਟੇਟ ਪ੍ਰੈਜ਼ੀਡੈਂਟ ਹੋਵੇ ਸਟੇਟ ਦੇ, ਤਾਈਆਂ ਤਾਂ ਪਾਰਟੀ ਦਾ ਕੁਛ ਆਪਾਂ ਕਹਿ ਦਈਏ ਅਗਲੀਆਂ ਸਰਕਾਰਾਂ ਦੂਜੀਆਂ ਵੀ ਡਰਨ, ਦੂਜੀਆਂ ਪਾਰਟੀਆਂ ਵੀ ਡਰਨ। ਭਾਈ ਇਹਨਾਂ ਕੋਲ ਤਾਂ ਬਹੁਤ ਕੁਛ ਹੈ ਤੇ ਹੈ ਤਾਂ ਤੁਸੀਂ ਸਮਝੋ ਹਜੇ ਤਾਂ ਲਹਿਰ ਹੀ ਤੁਰੀ ਆਉਂਦੀ ਇਹਨਾਂ ਦੀ। ਨਹੀਂ ਦਾਨੇਲੀਆ ਸਾਹਿਬ ਜੇ ਇਹ ਸਟਰਕਚਰ ਹੁੰਦਾ, ਜੇ ਪਾਰਟੀ ਦਾ ਕੋਈ ਹੁੰਦਾ ਤਾਂ ਫਿਰ ਸੰਗਰੂਰ ਦੀ ਬਾਈ ਇਲੈਕਸ਼ਨ ਦੇ ਵਿੱਚ ਆ ਭੈੜਾ ਹਾਲ ਨਹੀਂ ਸੀ ਹੋਣਾ। ਜਿਹੜਾ ਚਲੋ ਆਪਾਂ ਵੀ ਹਾਰ ਨਹੀਂ ਨਸੀਬ ਹੋਣੀ ਸੀ। ਅਗਲੀ ਗੱਲ ਆਪਾਂ ਦੇਖੀਏ ਤੇ ਜੇ ਆਪਾਂ ਮੰਤਰੀ ਮੰਡਲ ਦੇ ਵੀ ਇਹਨਾਂ ਦਾ ਦੇਖੀਏ, ਇਹਨਾਂ ਦੇ ਮੰਤਰੀ ਮੰਡਲ ਦੀ ਕੀ ਸਥਿਤੀ। ਮੰਤਰੀ ਮੰਡਲ ਦੇ ਵਿੱਚ ਜ਼ਿਆਦਾ ਜੀ ਜਿਹੜੇ ਵਜ਼ੀਰ ਆ ਉਹ ਸੰਗਰੂਰ ਪਾਰਲੀਮੈਂਟ ਦੇ ਇੱਥੋਂ ਦੇ ਹੀ ਆ, ਜ਼ਿਆਦਾ ਭਰੀ ਤਾਂ ਇੱਥੋਂ ਹੀ ਪਿਆ। ਤੇ ਜੇ ਆਪਾਂ ਦੂਜੇ ਪਾਸੇ ਦੇਖੀਏ ਚੇਅਰਮੈਨ ਉਹ ਸਾਰੇ ਬਠਿੰਡਾ ਪਾਰਲੀਮੈਂਟ ਦੇ ਵਿੱਚੋਂ। ਬਾਕੀ ਬਠਿੰਡਾ ਪੰਜਾਬ ਦਾ ਖਾਲੀ ਪਿਆ। ਠੀਕ ਹੈ ਨਾ। ਇਸ ਕਰਕੇ ਜਿਹੜੀ ਹੈ ਕਿਉਂਕਿ ਜੇ ਇਨਫਰਾਸਟ੍ਰਕਚਰ ਬਣਿਆ ਹੋਵੇ ਤੁਹਾਡੇ ਕੋਲ, ਜਥੇਬੰਦਕ ਢਾਂਚਾ ਹੋਵੇ ਤਾਂ ਫਿਰ ਜਥੇਬੰਦਕ ਢਾਂਚੇ ਦੇ ਮੁਤਾਬਕ ਜਿਹੜੇ ਜ਼ਿਲ੍ਹਿਆਂ ਦੇ ਪ੍ਰਧਾਨ ਵਗੈਰਾ ਇਹਨਾਂ ਨੇ ਵੈਸੇ ਕਨਵੀਨਰ ਵਗੈਰਾ ਲਾਏ ਹੋਏ। ਪਰ ਉਹ ਜਿਸ ਕਿਸਮ ਦੀ ਜਿਵੇਂ ਅਕਾਲੀ ਦਲ ਦੀ ਆਪਾਂ ਦੇਖਿਆ ਕੋਈ ਜ਼ਮਾਨੇ 'ਚ, ਅੱਜ ਅਕਾਲੀ ਦਲ ਦਾ ਵੀ ਹਾਲ ਬੁਰਾ ਇਸੇ ਕਰਕੇ ਹੋਇਆ। ਪਹਿਲਾਂ ਅਕਾਲੀ ਦਲ ਦੀ ਪਿੰਡਾਂ ਦੇ ਵਿੱਚ, ਮਹੱਲਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਵਰਕਰ ਹੈ ਉਹ ਪਰਚੀਆਂ ਲੈ ਕੇ ਜਾਂਦੇ ਹੁੰਦੇ ਸੀ ਮੈਂਬਰਸ਼ਿਪ। ਉਹ ਵੀ ਇਸੇ ਕਰਕੇ ਉਹਨਾਂ ਦਾ ਪੱਠਾ ਬੈਠਾ। ਕਾਂਗਰਸ ਪਾਰਟੀ ਦੀ ਹਾਲਤ ਵੀ ਹੁੰਦੀ, ਕਾਂਗਰਸ ਪਾਰਟੀ ਤਾਂ ਡੱਬਾ ਰੱਖ ਕੇ ਚੋਣ ਕਰਦੇ ਹੁੰਦੇ ਸੀ। ਪਰ ਜਦੋਂ ਤਾਹਾਂ ਤੋਂ ਥਾਪਣ ਲੱਗੇ ਤੇ ਉਹਨਾਂ ਦਾ ਬੇੜਾ ਗਰਕ ਹੋ ਗਿਆ। ਏਕਾਧਿਕਾਰਵਾਦ ਜਦੋਂ ਹੋਊਗਾ, ਇੱਕੇ ਬੰਦੇ ਦਾ ਕੰਟਰੋਲ ਹੋਊਗਾ, ਉਹ ਦੁਕਾਨ ਵਾਲੀ ਦੇਰ ਚੱਲਦੀ ਨਹੀਂ। ਤੇ ਹੁਣ ਆਪਾਂ ਗੱਲ ਕਰੀਏ ਜੀ ਸਿੱਧੂ ਮੂਸੇ ਵਾਲੇ ਦੇ ਮਾਂ ਬਾਪ ਬਾਰੇ।
ਬਿਲਕੁਲ ਜੀ, ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਤੋਂ ਮੈਨੂੰ ਨਹੀਂ ਉਮੀਦ ਸੀ ਕਿ ਉਹ ਐਡੀ ਛੇਤੀ ਕੋਈ ਐਕਸ਼ਨ ਕਰਨਗੇ। ਵੈਸੇ ਬਲਕੌਰ ਸਿੰਘ ਹੁਣੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਮੈਂ ਭਾਈ ਜੇ ਇਨਸਾਫ ਨਾ ਮਿਲਿਆ ਤਾਂ ਮੈਂ ਜਾਊਂਗਾ, ਪਿੰਡ ਜਾਊਂਗਾ, ਘਰ ਜਾਊਂ, ਗਲੀਆਂ ਦੇ ਵਿੱਚ ਜਾਊਂ, ਮੈਂ ਥਾਰ ਲੈ ਕੇ ਜਾਊਂ ਉਹਦੀ ਜੀ। ਅਰਦਾਨੇ ਵਾਲੀ ਸਾਹਿਬ ਉਹਦੇ ਤੀਜਾ ਸਟੰਟ ਪੈ ਗਿਆ ਬੰਦੇ ਦੀ। ਅੱਛਾ, ਹਾਂਜੀ ਹਾਂਜੀ, ਨਾਲੇ ਦੇਖ ਲਓ ਪਤਲਾ ਜਿਹਾ ਕੋਈ ਬਾਲਾ ਪਤਲਾ ਜਿਹਾ, ਪਰ ਜਿਹੜੀ ਇਹਦੇ ਚਿੰਤਾ ਉਹ ਖਾ ਜਾਂਦੀ ਹੈ। ਚਿੰਤਾ ਜਿਹੜੀ ਹੈਗੀ ਬੰਦੇ ਨੂੰ ਖਾ ਜਾਂਦੀ ਹੈ। ਉਹਨੇ ਇੱਕ ਜ਼ਿਕਰ ਵੀ ਕੀਤਾ ਕਿ ਭਾਈ ਮੇਰੇ, ਚਲੋ ਫਿਰ ਵੀ ਹੁਣ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀ। ਫਰਵਰੀ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ 3 ਧਮਕੀਆਂ ਆ ਗਈਆਂ ਜੀ। ਪੁਲਿਸ ਨੂੰ ਇਨਫੋਰਮ ਕੀਤਾ, ਪਹਿਲਾਂ ਪੁਲਿਸ ਨੇ ਕੁਝ ਨਹੀਂ ਕੀਤਾ। ਫਿਰ ਜਦੋਂ ਉਹਨਾਂ ਦੇਖਿਆ ਲਗਾਤਾਰ ਧਮਕੀਆਂ ਆ ਰਹੀਆਂ ਤੇ ਉਧਰੋਂ ਗੋਇੰਦਵਾਲ ਸਾਹਿਬ ਦੀ ਜੇਲ੍ਹ 'ਚ ਜੋ ਕੁਛ ਹੋਇਆ ਜੀ, ਉੱਥੇ ਫਿਰ ਸਿੱਧੂ ਮੂਸੇਵਾਲਾ ਇੱਕ ਵਾਰੀ ਹੋਰ ਕਤਲ ਹੋ ਗਿਆ। ਹਾਂ, ਠੀਕ ਹੈ ਨਾ। ਉਸ ਤੋਂ ਬਾਅਦ ਉਹਨਾਂ ਨੂੰ ਬੰਦੇ ਨੂੰ ਗੁੱਸਾ ਵੀ ਆਉਂਦਾ, ਨਿਰਾਸ਼ਾ ਵੀ ਆਉਂਦੀ ਹੈ। ਔਰ ਉਹ ਚੁੱਪ ਕਰਕੇ ਚਲੇ ਗਏ ਤੇ ਚਾਹ ਕੇ ਉਹਨਾਂ ਨੇ ਜੀ ਉੱਥੇ ਕਾਂਗਰਸ ਪਾਰਟੀ ਦੇ ਜਿਹੜੇ ਵਿਧਾਨ ਸਭਾ ਦੇ ਵਿੱਚ ਲੀਡਰ ਹੈ ਜੀ ਪ੍ਰਤਾਪ ਸਿੰਘ ਬਾਜਵਾ, ਉਹਦੇ ਰਾਹੀਂ ਪਾਸ ਬਣਵਾਇਆ। ਪਾਸ ਬਣਵਾ ਕੇ ਚਲੇ ਗਏ ਤੇ ਵਿਧਾਨ ਸਭਾ ਦੇ ਬਾਹਰ ਤਖਤੀਆਂ ਲੈ ਕੇ ਬਹਿ ਗਏ। ਉਹਨਾਂ ਨੇ ਧਰਨਾ ਲਾਤਾ ਜੀ। ਧਰਨਾ ਲਾਉਣ ਤੋਂ ਬਾਅਦ ਹਲਚਲ ਪੈਦਾ ਹੋ ਗਈ। ਸਿਕਿਉਰਿਟੀ ਵਾਲੇ ਆ ਗਏ, ਚੰਡੀਗੜ੍ਹ ਦੀ ਪੁਲਿਸ ਵਾਲੇ, ਜੀ ਤੁਹਾਨੂੰ ਤਾਂ ਗਲਤ ਉਹ ਕਹਿੰਦੇ ਵੀ ਅਸੀਂ 2 ਆਏ ਮੀਆਂ ਬੀਬੀ, ਬੰਦੇ ਸਾਡੇ ਨਾਲ ਕੋਈ ਹੈ ਨਹੀਂ, ਸਾਡੇ ਕੋਲ ਕੱਖ ਨਹੀਂ, ਭਾਈ ਲੈ ਜਾਓ ਸਾਨੂੰ ਚੱਕ ਕੇ ਲੈ ਜਾਓ ਭਾਈ ਜਿੱਥੇ ਜਾਣਾ। ਹੁਣ ਦਾਨੇ ਵਾਲੀ ਸਾਹਿਬ ਇਹ ਗੱਲ ਐਡੀ ਸੌਖੀ ਵੀ ਹੈ ਨਹੀਂ ਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਐਂ ਚੱਕ ਕੇ ਲੈ ਜਾਓਗੇ। ਹਾਂ, ਤੇ ਜੇ ਐਂ ਚੱਕ ਕੇ ਲੈ ਜਾਣਗੇ ਤਾਂ ਦੁਨੀਆ ਦੇ ਵਿੱਚ ਤਹਿਲਕਾ ਮਚ ਜੂ। ਬਿਲਕੁਲ, ਕੀ ਹੋ ਕੀ ਰਿਹਾ। ਫਿਰ 2 ਗੱਲਾਂ ਹੋਈਆਂ, ਤਰੇਲੀਆਂ ਆ ਗਈਆਂ ਸਰਕਾਰ ਨੂੰ। ਵੈਸੇ ਅੱਛਾ, ਪਹਿਲੀ ਗੱਲ ਤਾਂ ਇਹ ਹੋਈ ਕਿ ਅੱਜ ਤੱਕ ਸਿੱਧੂ ਮੂਸੇਵਾਲੇ ਦੇ ਕੇਸ ਦੀ ਪ੍ਰਗਤੀ ਕੀ ਹੈ ਇਹਦੀ ਜਾਣਕਾਰੀ ਨਹੀਂ ਕਦੇ ਆਈ ਸੀ। ਕੱਲ ਨਾਨਕ ਸਿੰਘ ਨੇ ਲਾਈਵ ਪ੍ਰੈਸ ਕਾਨਫਰੰਸ ਕੀਤੀ। ਅੱਛਾ ਜੀ, ਮਾਨਸਾ ਐਸਐਸਪੀ ਨਾਲ ਉਹ ਕਹਿੰਦਾ ਜੀ ਦੇਖੋ ਅਸੀਂ ਇੰਨੇ ਬੰਦੇ ਫੜ ਲਏ ਐ, 2 ਬੰਦੇ ਮੁਕਾਬਲੇ 'ਚ ਮਾਰੇ ਗਏ ਸੀ, 2 ਜੇਲ੍ਹ 'ਚ ਮਰ ਗਏ ਐ, ਦੇਖੋ ਸਾਰਾ ਕੁਛ ਹੈ ਜੀ, ਸਾਰੀ ਗੱਲਬਾਤ ਹੈ। ਇਹ ਮੰਨ ਗਏ ਉਹ ਕਿ ਜੀ ਮੇਲ ਆਈ ਹੈ ਜਿਹਦੇ ਰਾਹੀਂ ਧਮਕੀ ਦਿੱਤੀ ਗਈ ਹੈ। ਮੇਲ ਰਾਜਸਥਾਨ 'ਚੋਂ ਆਈ ਹੈ ਤੇ ਅਸੀਂ ਜਿਹੜਾ ਸ਼ਾਮਲ ਤਫਤੀਸ਼ ਕੀਤਾ ਹੈ, ਜਿੱਥੋਂ ਜਿਸ ਮੇਲ ਆਈ, ਜਿਸ ਥਾਂ ਤੋਂ ਆਈ ਹੈ, ਉਹ 10ਵੀਂ ਦਾ ਸਟੂਡੈਂਟ ਹੈ, 14 ਸਾਲਾਂ ਦਾ ਮੁੰਡਾ ਹੈ। ਉਹਨੂੰ ਜੀ ਅਸੀਂ ਮਤਲਬ ਜਿਹੜਾ ਹੈਗਾ ਲੈ ਆਂਦਾ ਹੈ ਔਰ ਉਹਨੂੰ ਜੁਬਲਾਈਨ ਕੋਰਟ ਦੇ ਬੋਰਡ ਦੇ ਸਾਹਮਣੇ ਪੇਸ਼ ਕਰਕੇ ਅਗਲੀ ਗੱਲਬਾਤ ਕਰਾਂਗੇ। ਫਿਰ ਉਹਦੇ 'ਚ ਗੱਲ ਆ ਗਈ, ਪੱਤਰਕਾਰਾਂ ਨੇ ਸਵਾਲ ਸ਼ੁਰੂ ਕਰਤੇ ਵੀ ਤੁਸੀਂ ਦੱਸੋ ਜੀ, ਕੁਝ ਬੰਦਿਆਂ ਦਾ ਸ਼ਫੈਦ ਪੁਸ਼ਾਂ ਦਾ ਨਾਂ ਲਈ ਜਾਂਦੇ। ਕਹਿੰਦੇ ਜੀ ਅਸੀਂ ਬੱਬੂ ਮਾਨ ਹੋ ਗਿਆ, ਮਨਕੀਰਤ ਔਲਖ ਹੋ ਗਿਆ, ਇੱਕ ਪਤਾ ਨਹੀਂ ਕਿਹੜਾ ਢਿੱਲੋਂ ਹੈ ਉਹ ਵੀ ਹੋ ਗਿਆ, ਪ੍ਰੇਮ ਢਿੱਲੋਂ ਸ਼ਾਇਦ, ਤੇ ਆਪਣਾ ਅਜੇਪਾਲ ਮਿੱਡੂ ਖੇੜਾ ਹੋ ਗਿਆ, ਜਿਨ੍ਹਾਂ ਨੂੰ ਕਹਿੰਦੇ ਜੀ ਅਸੀਂ ਸਾਰਿਆਂ ਨੂੰ ਮਤਲਬ ਜਿਹੜੀ ਹੈ ਪੁੱਛਗਿੱਛ ਕਰਦੇ ਹਾਂ। ਫਿਰ ਇੱਕ ਵੱਡੇ ਬੰਦੇ ਦਾ ਨਾਂ ਆ ਗਿਆ, ਉਹਦਾ ਉਹ ਕਹਿੰਦੇ ਜੀ ਉਹਨਾਂ ਨੂੰ ਵੀ ਪੁੱਛਗਿੱਛ ਕਰ ਲਾਂਗੇ। ਇੱਕ ਪਾਸੇ ਤਾਂ ਇਹ ਹੋ ਗਿਆ ਕਿ ਨਾਨਕ ਸਿੰਘ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ। ਲੀਕ ਮੇਨ ਗੁੱਸਾ ਤਾਂ ਉਹਨਾਂ ਦਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਿਕਿਉਰਿਟੀ ਵਿਡਰਾਲ ਦਾ ਲੀਕੇਜ ਕੀਤਾ ਨਾ, ਉਸੇ ਦਾ ਹੀ ਆ ਜਾਂਦਾ। ਬਿਲਕੁਲ, ਉਹ ਲਈ ਬੈਠੇ ਸੀ, ਤਖਤੀਆਂ ਦੇ ਉੱਤੇ ਵੀ ਲਿਖਿਆ ਹੋਇਆ ਸੀ। ਉਹ ਹੋ ਗਿਆ। ਦੂਜੇ ਪਾਸੇ ਜਦੋਂ ਉਹ ਬਹਿ ਗਏ ਉੱਥੇ ਆ ਕੇ ਤੇ ਫਿਰ ਨਾਲ ਦੀ ਨਾਲ ਹੀ ਮੇਰੇ ਖਿਆਲ ਅੰਦਰ ਸਰਕਾਰ ਦੇ ਵਿੱਚ ਵੀ ਖਲਬਲੀ ਮਚ ਗਈ ਵੀ ਕਿਵੇਂ ਕਰੀਏ, ਧੱਕਾ ਹੋ ਨਹੀਂ ਸਕਦਾ। ਤਾਂ ਧੱਕਾ ਨਾ ਹੋਣ, ਧੱਕੇ ਤੋਂ ਬਚਣ ਵਾਸਤੇ ਫਿਰ ਕੀਤਾ ਕੀ ਜਾਵੇ। ਫਿਰ ਇੱਕ ਮੰਤਰੀ ਹੈ ਜੀ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਕੋਲੇ ਰੈਵਨਿਊ ਆਪਣਾ ਤੁਹਾਡਾ ਪੰਚਾਇਤੀ ਮਹਿਕਮਾ ਵੀ ਹੈ ਤੇ ਖੇਤੀਬਾੜੀ ਵੀ ਹੈ। ਤੇ ਵੈਸੇ ਮੈਂ ਮਾਨ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਵੀ ਇੱਕ ਮਹਿਕਮਾ ਹੋਰ ਕ੍ਰੀਏਟ ਕਰ ਦਿਓ, ਸੰਕਟ ਮਹਿਕਮਾ, ਸੰਕਟ ਮੋਚਨ। ਹਾਂ, ਸੰਕਟ ਮੋਚਕ ਜਿਹੜਾ ਹੈਗਾ ਉਹ ਕੁਲਦੀਪ ਸਿੰਘ ਧਾਲੀਵਾਲ ਤੋਂ ਵਧੀਆ ਕੋਈ ਨਹੀਂ। ਜਦੋਂ ਕਿਤੇ ਫਸ ਜਾਂਦੀ ਹੈ ਸਰਕਾਰ ਉਹਨੂੰ ਭੇਜ ਦਿੰਦੀ ਹੈ। ਉਹ ਜਾ ਕੇ ਵਿਚਾਰਾ ਮਤਲਬ ਜਿਹੜਾ ਹੈਗਾ ਆਪਦੇ ਹਿਸਾਬ ਨਾਲ ਜਾ ਕੇ ਜਿਵੇਂ ਵੀ ਗੱਲ ਕਰਨੀ ਹੈ, ਤਹਿਜੀਬ ਤਾਂ ਹੈ ਨਾ, ਕਿਉਂਕਿ ਲਹਿਰਾਂ 'ਚੋਂ ਆਏ ਹੋਏ ਬੰਦੇ ਜਿਹੜੇ ਹੈਗੇ ਨਾ ਉਹਨਾਂ ਦਾ ਫਰਕ ਹੁੰਦਾ ਹੈ। ਉਹ ਉਵੇਂ ਜਿਵੇਂ ਉੱਪਰੋਂ ਨਹੀਂ ਡਿੱਗੇ ਹੋਏ। ਉਹਨਾਂ ਨੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਔਰ ਗੱਲਬਾਤ ਵੀ ਜਿਹੜੀ ਦਾਨੇਲੀਆ ਸਾਹਿਬ ਕੀਤੀ ਟੋਟਲ ਮੀਡੀਆ ਜੀ, ਆਸੇ ਪਾਸੇ ਚੈਨਲ ਲੱਗੇ ਹੋਏ ਹੈ, ਚੈਨਲਾਂ ਦੇ ਕੈਮਰੇ ਲੱਗੇ ਹੋਏ ਹੈ। ਉਹਨਾਂ ਨੇ ਜੀ ਦੱਸੋ ਅਖੀਰ ਉਹਨੇ ਕਿਹਾ ਜੀ ਵੀ G20 ਦਾ ਜਿਹੜਾ ਹੈਗਾ ਉਹ ਹੋ ਰਿਹਾ ਆਪਣਾ ਸੰਮੇਲਨ 20 ਤਾਰੀਖ ਤੱਕ ਪੰਜਾਬ 'ਚ ਹੈ। 15-16 ਨੂੰ ਸ਼ਾਇਦ ਅੰਮ੍ਰਿਤਸਰ ਹੋਣਾ, ਇੱਕ ਫਿਰ 20 ਨੂੰ ਹੋਣਾ। ਤਾਂ ਉਦੋਂ ਤੱਕ ਤਾਂ ਮਤਲਬ ਜਿਹੜਾ ਹੈਗਾ ਮਾਨ ਸਾਹਿਬ ਨਹੀਂ ਵਿਹਲੇ, ਤੇ 20 ਤਾਰੀਖ ਤੋਂ ਬਾਅਦ ਇਮੀਡੀਏਟ ਤੁਹਾਨੂੰ ਮਾਨ ਸਾਹਿਬ ਮਿਲਣਗੇ, ਜੋ ਕਹੋਗੇ ਤੁਹਾਡੀਆਂ ਅਸੀਂ ਉਹ ਗੱਲਾਂ ਪੂਰੀਆਂ ਕਰਾਂਗੇ। ਪਰ ਉੱਥੇ ਫਿਰ ਬਲਕੌਰ ਸਿੰਘ ਹੋਰਾਂ ਨੇ ਕਹਿਤਾ, ਉਹ ਕਹਿੰਦਾ ਜੀ ਵੀ ਮੇਰੇ ਕੋਲ ਤਾਂ ਹੋਰ ਕੁਛ ਨਹੀਂ, ਮੈਂ ਇੱਥੇ ਆਇਆ ਸੀ, ਇੱਥੇ ਮੈਂ ਤਾਂ ਆਇਆ ਸੀ ਵਿਧਾਨ ਸਭਾ ਦੇ ਸਾਹਮਣੇ ਕਿ ਮੇਰੀ ਆਵਾਜ਼ ਚਲੀ ਤੇ ਉਹ ਤਾਂ ਫਿਰ ਦੱਬੀ ਗਈ। ਉਹ ਚਲੋ ਚਲੀ ਗਈ, ਦੱਬੀ ਨਹੀਂ ਗਈ। ਉਹ ਕਹਿੰਦਾ ਵੀ ਇਹ ਤੋਂ ਬਾਅਦ ਜੇ 20 ਤਾਰੀਖ ਤੋਂ ਬਾਅਦ ਕੁਛ ਨਾ ਹੋਇਆ ਤਾਂ ਫਿਰ ਮੈਂ ਫਿਰ ਪਤਾ ਨਹੀਂ ਮੈਂ ਕੀ ਕਰੂੰਗਾ, ਕੀ ਅਖਤਿਆਰ ਕਰੂੰਗਾ। ਔਰ ਮੇਰੇ ਖਿਆਲ ਮੁਤਾਬਕ ਇਹ ਸਰਕਾਰ ਦੇ ਲਈ ਸੰਕਟ ਕਿ ਬਹੁਤ ਵੱਡਾ ਹੈ। ਇਹ ਮੂਸੇਵਾਲਾ ਛੋਟਾ ਸਾਹਿਬ ਵੈਸੇ ਹੁਣ ਅੰਮ੍ਰਿਤਪਾਲ ਦੀ ਵੀ ਚਲੋ ਜੋ ਮਰਜ਼ੀ, ਹੁਣ ਅੰਮ੍ਰਿਤਪਾਲ ਦੇ ਬੰਦਿਆਂ ਦੀ ਲਿਸਟ ਜਾਰੀ ਕਰਤੀ ਵੀ ਇਹਨਾਂ ਦੇ ਲਾਇਸੈਂਸ ਕੈਂਸਲ ਕਰਾਂਗੇ। ਇਹ ਕਰ ਕੀ ਰਹੀ ਹੈ? ਲਿਸਟਾਂ ਕੋਈ ਜਾਰੀ ਕਰਨੀਆਂ ਜ਼ਰੂਰੀ ਸੀਗੇ? ਇਹੀ ਤਾਂ ਗੱਲ ਹੈ, ਚੁੱਪ ਕਰਕੇ ਕੰਮ ਕਰ ਦਿਓ। ਜਿਹੜੇ ਕਰਦੇ ਜਿਹਨੇ ਕੈਂਸਲ ਕਰਨਾ ਕੀ ਹੈ, ਕਿਸ ਆਧਾਰ ਤੇ ਕਰੋਗੇ, ਕੀ ਗੱਲ ਹੈ, ਤਾਂ ਉਹਨਾਂ ਨੂੰ ਦੇਣਾ ਹੁੰਦਾ ਜਿਹੜਾ ਤੁਸੀਂ ਪਹਿਲਾਂ ਉਹਦਾ ਫਿਰ ਉਹਨਾਂ ਦੇ ਅਸਲੇ ਵੀ ਕਰਤੇ ਵੀ ਕਿਹਦੇ ਕੋਲੇ ਕੀ ਅਸਲਾ। ਹੁਣ ਇੱਕ ਬੰਦੇ ਕੋਲੇ 3 ਅਸਲੇ ਆ ਜੀ,
ਹੁਣ ਉਹ 3 ਨਸਲੇ ਕਿਵੇਂ ਰਹਿ ਗਈ ਉਹਦੇ ਕੋਲੇ, ਇਹ ਵੀ ਵੇਖਣ ਵਾਲੀ ਗੱਲ ਹੈ। ਤਿੰਨ- ਨਾਲੇ ਤੁਸੀਂ ਸਾਰਾ ਪੰਜਾਬ ਗਾ ਲਿਆ, ਹਾਂ ਹਾਂ ਨਾਲੇ ਪੰਜਾਬ ਦੇ ਸਾਰੇ ਅਸਲਿਆਂ ਦੇ ਸਕੂਟਰਿੰਗ ਹੋ ਗਈ, ਤੇ ਫਿਰ ਉਹ ਇੱਕ ਬੰਦੇ ਕੋਲੇ 3 ਨਸਲੇ ਕਿਵੇਂ ਆ ਗਏ? ਇਹ ਕਿਹੜੇ ਭਲੇ ਮਾਨਸ ਕੋਲੇ ਹੈ? ਬਸ ਫਿਰ ਉਹ ਵਿੱਚ ਨਾ ਹੈਗਾ ਪਾਇਆ ਵੇ 32 ਬੋਰ, 315 ਬੋਰ ਤੇ 12 ਬੋਰ। ਪਟਿਆਲੇ ਵਾਲੇ ਤਾਂ ਨਹੀਂ ਕਿਤੇ ਸੱਜਣਾ? ਨਹੀਂ, ਪਟਿਆਲੇ ਕੋਲ ਤਾਂ 30 ਇੱਕ ਸਪਰਿੰਗ ਫੀਲਡ ਹੈ ਹਾਂ, ਤੇ ਇੱਕ ਪਿਸਤੌਲ ਹੈ। ਹਾਂ 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 ਉਹ ਤਾਂ ਹੁਣ ਪਤਾ ਲੱਗਦਾ ਨਾ ਵੀ ਉਹ ਜਿਹੜੇ ਆਪਾਂ ਕਹਿੰਦੇ ਸੀ ਵੀ ਉਹ ਟੀਵੀ ਚੈਨਲ ਵਿੱਚ ਵੀ ਚੈਨਲ ਕਿਵੇਂ ਖੁੱਲਦੇ ਆ। ਕਿਵੇਂ ਖੁੱਲਦੇ ਆ, ਹਾਂ ਹਾਂ ਉਹ ਤੇ ਸਾਰੀਆਂ- ਬਣਦੇ ਕਿਵੇਂ ਚੈਨਲ, ਹਾਂ, ਤੇ ਪ੍ਰਮੋਟ ਕਿਵੇਂ ਹੁੰਦੇ ਨੇ। ਹਾਂ 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 ਪਹਿਲਾਂ ਦੀਪ ਸਿੱਧੂ ਕਰ ਲਿਆ ਤੇ ਹੁਣ ਇੱਧਰ ਕਰ ਲਿਆ। ਹਾਂ 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 ਉਹ ਮੈਂ ਵੀ ਪੜ੍ਹੀ ਸੀਗੀ ਵੀ ਨਾ ਉਹ ਤਾਂ ਹੈਗਾ ਕਿਉਂਕਿ ਪ੍ਰੋਮੀਨੈਂਟ ਨਾ ਉਹੀ ਹੈ। ਪ੍ਰੋਮੀਨੈਂਟ ਨਾ ਉਹੀ ਹੈ। ਹਾਂਜੀ ਹਾਂਜੀ ਕੋਈ ਹੋਰ ਹੈ ਨਹੀਂ। ਤੇ ਉਹ ਗੱਲ ਦੇਖੋ, ਗੱਲ ਇਹ ਵੀ ਜਿਹੜੇ ਇਹ ਪੰਗੇ ਲੈਣ ਦੀ ਕੋਈ ਲੋੜ ਨਹੀਂ ਹੁੰਦੀ। ਹੂੰ ਜੇ ਦੀਪ ਸਿੱਧੂ ਨੂੰ ਆਪਣਾ ਤੁਹਾਡਾ ਕੀ ਹੈ ਮੁੰਡਾ ਅੰਮ੍ਰਿਤਪਾਲ, ਇਹ ਭਾਈ ਠੀਕ ਹੈ, ਤੁਸੀਂ ਫਿਰ ਇਹਨੂੰ ਚੱਲਣ ਦਿਓ। ਹੂੰ ਬੰਦਾ ਤਾਂ ਹੁਣ ਜੇ ਆਪਾਂ ਦੇਖੀਏ ਤਾਂ ਕੋਈ ਗੱਲ ਨਹੀਂ, ਆਪਣਾ ਪੰਜਾਬ ਦਾ ਹੀ ਹੈ, ਆਪਣਾ ਹੀ ਬੰਦਾ ਹੈ। ਆਪਣਾ ਹੀ ਹੈ। ਆਪਣੇ ਬੰਦੇ ਨਾਲ ਹੁਣ ਤੁਸੀਂ ਧੱਕਾ ਕਰੋਗੇ, ਉਹਦੇ ਬੰਦੇ ਨਾਲ ਧੱਕਾ ਕਰੋਗੇ, ਫਿਰ ਨਵਾਂ ਕਲੇਸ਼ ਪਊ, ਨਵਾਂ ਅਜਨਾਲਾ ਬਣੂ। ਜੀ ਉਧਰ ਆ ਗਿਆ ਨਾ, ਜਥੇਦਾਰ ਸਾਹਿਬ ਦਾ ਹੀ ਬਿਆਨ ਆ ਗਿਆ ਜੀ ਹੁਣੇ, ਅੱਛਾ ਜੀ। ਉਹ ਅਨੰਦਪੁਰ ਸਾਹਿਬ, ਉਹ ਕਹਿੰਦੇ ਵੀ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖ ਆਜ਼ਾਦ ਨਹੀਂ ਹੋਏ। ਬੜੇ ਸਮੇਂ ਨਾਲ ਪਤਾ ਲੱਗ ਗਿਆ ਜਥੇਦਾਰ ਸਾਹਿਬ ਨੂੰ। ਹੂੰ ਤੇ ਜਦੋਂ ਜਥੇਦਾਰ ਸਾਹਿਬ ਨੂੰ ਨਿਯੁਕਤ ਕਰਨ ਵਾਲੇ ਉੱਥੇ ਵਜ਼ਾਰਤਾਂ ਲੈਂਦੇ ਸੀ, ਉਹ ਫਿਰ ਗੁਲਾਮ ਦੇਸ਼ ਦੇ ਵਿੱਚ ਕਿਵੇਂ ਲੈਣ ਲੱਗੇ? ਹਾਂ ਹਾਂ ਗੁਲਾਮ ਸਿੱਖ ਵਜ਼ਾਰਤਾਂ ਦਾ ਆਨੰਦ ਕਿਵੇਂ ਮੰਨਣ ਲੱਗ ਗਏ? ਆਹੀ ਤਾਂ ਚੀਜ਼ ਹੈ। 5 ਵਾਰੀ ਮੁੱਖ ਮੰਤਰੀ ਵੀ ਰਹਿ ਗਏ, ਦਿੱਲੀ ਦੇ ਵਿੱਚ ਵਜ਼ਾਰਤਾਂ ਵੀ ਲੈ ਲਈਆਂ। ਇਹ ਤਾਂ ਮੈਨੂੰ ਲੱਗਦੀ ਹੈ ਕਿ ਜਥੇਦਾਰ ਸਾਹਿਬ ਤੇ ਜਨਤਾ ਨਹੀਂ ਭੁੱਖ ਗਈ। ਨਾਲ ਇਹ ਵੀ ਬਿਆਨ ਦੇ ਗਿਆ, ਕਹਿੰਦੇ ਅਕਾਲੀ ਦਲ ਡਾਊਨਫਾਲ ਜਿਹੜਾ ਆ ਉਹ ਅਸਲ ਮੁੱਦੇ ਤੋਂ ਭਟਕ ਗਿਆ ਸੀ। ਇਹਨੂੰ ਫਿਰ ਜਿਹੜਾ ਸਿੱਖੀ ਸਿਆਸਤ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਸਿਆਸਤ, ਪੰਜਾਬ ਦੀ ਗੱਲਬਾਤ ਕਰਨਗੇ ਤਾਂ ਇਹ ਇਹਨਾਂ ਨੂੰ ਮੁੜ ਸੁਰਜੀਤ ਇਹ ਕਰਨ ਤੇ ਮੁੜ ਸੁਰਜੀਤ ਹੋ ਜਾਣ। ਇਹ ਵੀ ਫਿਕਰ ਜਾਗ ਪਿਆ। ਇਹ ਮੇਰੇ ਖਿਆਲ ਮੁਤਾਬਕ ਮੈਨੂੰ ਸ਼ਾਇਦ ਕੋਈ ਇਹ ਵੀ ਦੱਸਦਾ ਸੀ, ਕਹਿੰਦੇ ਵੀ ਸਰਮਾਏਦਾਰਾਂ ਦੀ ਪਾਰਟੀ ਬਣ ਹਾਂ, ਕੇ ਸਰਮਾਏਦਾਰਾਂ ਦੀ ਪਾਰਟੀ ਬਣ ਕੇ ਰਹੇਗੀ। ਬਸ ਫਿਰ ਦਾਨੇਲੀਆ ਸਾਹਿਬ ਫਿਰ ਤਾਂ ਹੈ ਨਹੀਂ, ਸੁੱਖ ਨਹੀਂ। ਬਾਹਰਲੇ ਵਿਹੜੇ ਹੈ। ਹਾਂ 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 ਇਹ ਲੱਗਦਾ ਫਿਰ ਤਾਂ ਗੱਲ ਹੋ ਗਈ ਜੀ। ਪਰ ਐਤਕੀ ਜੀ ਜਿਹੜਾ ਘਟਨਾਕ੍ਰਮ ਕਹਿੰਦੇ 1986 ਚ ਕਹਿੰਦੇ ਕੁਝ ਹੋਇਆ ਸੀ ਹੋਲੇ ਮਹੱਲੇ, ਮੈਨੂੰ ਯਾਦ ਨਹੀਂ। ਕਈ ਸੱਜਣਾ ਮਿੱਤਰ ਨੇ ਲਿਖਿਆ ਵੀ 1986 ਵਾਲਾ ਹੋਲਾ ਮਹੱਲਾ ਬਣਾਉਣ ਨੂੰ ਫਿਰਦੇ ਆ। ਪਰ ਢਿੱਲੋਂ ਸਾਹਿਬ ਅੱਜ ਗੜ੍ਹ ਸ਼ੰਕਰ ਇੱਕ ਮੁੰਡੇ ਸੀਗੇ ਜਾਂਦੇ, ਸਮਾਨ ਨੂੰ ਲੈ ਕੇ ਰੌਲਾ ਪੈ ਗਿਆ, ਅੱਗ ਲਾਤੀ ਜੀਪ ਨੂੰ। ਕੱਲ ਦੀ ਗੱਲ ਹੈ ਜੀ, ਹਾਂ ਕੱਲ ਦੀ, ਸੈਲਾ ਖੁਰਦ। ਸੈਲਾ ਖੁਰਦ। ਤੇ ਇੱਕ ਨਿਹੰਗ ਸਿੰਘ ਦੇ ਬਾਣੇ ਚ ਮਾਰਤਾ ਮੁੰਡਾ, ਉਹ NRI ਕਹਿੰਦੇ PRC। ਉਹ ਹੁੜਦੁੰਗਬਾਜੀ ਕਰਦੇ ਆ ਮੋਟਰਸਾਈਕਲਾਂ 'ਚ, ਉਹ ਟੈਂਕੀ 'ਚ ਮੋਬਾਈਲ ਪਾ ਲੈਂਦੇ, ਫਿਰ ਚਿੱਟਾ ਧੂੰਆਂ ਮਾਰਦੇ ਆ ਤੇ ਸਲੈਂਸਰ ਗਾਂ ਨੂੰ ਕੱਢ ਲੈਂਦੇ ਆ ਸਿੱਧਾ ਪਿੱਛੇ ਦੀ ਥਾਂ ਤੇ। ਉਹ ਦਾਨੇਲੀਆ ਸਾਹਿਬ ਵੈਸੇ ਗੱਲ ਕੀ ਹੈ ਵੀ ਸਾਨੂੰ ਨਾ, ਅਸੀਂ ਕਈ ਚੀਜ਼ਾਂ ਸਰਕਾਰਾਂ ਨੂੰ ਕਹਿ ਦਿੰਦੇ ਹਾਂ, ਸਰਕਾਰਾਂ ਨਹੀਂ ਕਰਦੇ, ਸਾਨੂੰ ਥੋੜਾ ਜਿਹਾ ਸਾਡੇ ਆਪਣੇ ਬੰਦਿਆਂ ਨੂੰ ਵੀ ਜੀ ਅਸੀਂ ਇਹ ਠੀਕ ਹੈ ਬਹਾਦਰ ਹਾਂ, ਅਸੀਂ ਇੱਕ ਵੱਖਰੀ ਕਿਸਮ ਦਾ ਹੈਗਾ ਸਿਲਸਿਲਾ, ਪਰ ਹੋਛੇ ਵੀ ਹੋਸ਼ ਦੇ ਹੋਛਾਪਨ। ਨਾਲ ਜਿਹੜੀ ਹੈ ਨਾ, ਜੋਸ਼ ਦੇ ਨਾਲ ਹੋਸ਼ ਚਾਹੀਦਾ ਹੈ, ਹੋਸ਼ਾਪਨ ਨਹੀਂ ਚਾਹੀਦਾ, ਦਿਖਾਉਣਾ ਚਾਹੀਦਾ। ਆ ਟਰੈਕਟਰਾਂ ਤੇ ਤੁਸੀਂ ਓਵਰਟੇਕ ਕਰਕੇ ਤੁਰੇ ਜਾਂਦੇ ਹੋ। ਹੁਣ ਟਰੈਕਟਰ ਨੂੰ ਢਿੱਲੋਂ ਸਾਹਿਬ ਕਿਵੇਂ ਓਵਰਟੇਕ ਕਰ ਲੂਗਾ? ਬਿਲਕੁਲ, ਬਿਲਕੁਲ। ਐਡੀਆਂ ਲੰਬੀਆਂ ਟਰਾਲੀਆਂ, ਅੱਗੋਂ ਕੋਈ ਆਉਂਦਾ, ਨੁਕਸਾਨ ਹੋ ਜੇ, ਰੱਬ ਨਾ ਕਰੇ, ਤੁਸੀਂ ਟਰਬੋ ਲਵਾ ਕੇ 60 ਕਿਲੋਮੀਟਰ ਦੀ ਟਰੈਕਟਰ ਦੀ ਸਪੀਡ ਕਰੀ ਜਾਂਦੇ ਹੋ। ਹੁਣ ਟਰੈਕਟਰ ਦੀ ਸਪੀਡ ਤਾਂ 35-40 ਦੀ ਹੁੰਦੀ ਹੈ ਬਿਲਕੁਲ ਬਿਲਕੁਲ ਬਿਲਕੁਲ। ਤੇ ਦੁੱਗਣੀਆਂ ਕਰ ਕਰਕੇ ਇੰਜਣ। ਚਲੋ ਰੱਬ ਭਲੀ ਕਰੇ ਕਰਤਾਰ ਕੌਮ ਤੇ। ਸੋ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਕਿਸ ਤਰ੍ਹਾਂ ਲੱਗਾ ਪਲੀਜ਼ ਕਮੈਂਟ ਜ਼ਰੂਰ ਕਰਨਾ। ਸੋ ਫਿਲਹਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ, ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਸ਼ਮਾਦਾਨ।